ਅਧਿਆਇ ਤੀਸਰਾ। ਸੁਕਰਾਤ ਦਾ ਦਰਸ਼ਨ ਅਤੇ ਚਿੰਤਨ। ਸੁਕਰਾਤ ਦੇ ਜੀਵਨ ਵਾਲੀ ਸਮੱਸਿਆ ਉਸਦੇ ਜੀਵਨ ਉੱਪਰ ਝਾਤ ਪਾਇਆ ਹੀ ਸਾਹਮਣੇ ਆਉਂਦੀ ਹੈ। ਜੀਵਨ ਬਾਰੇ ਵੇਰਵਿਆਂ ਨੂੰ ਪ੍ਰਮਾਣਿਕ ਮੰਨਣ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਰਹਿੰਦੀ ਹੈ ਕਿ ਉਸ ਸੰਬੰਧੀ ਮਿਲਦੀਆਂ ਉਸਦੇ ਨੇੜਲੇ ਕਾਲ ਦੇ ਲੇਖਕਾਂ ਦੀਆਂ ਲਿਖਤਾਂ ਵਿੱਚ ਵਿਆਪਕ ਵਿਰੋਧਾਭਾਸ ਹਨ। ਇੱਕੋ ਘਟਨਾ ਬਾਰੇ ਜੀਨੋਫੋਨ ਤੇ ਪਲੇਟੋ ਦੀਆਂ ਲਿਖਤਾਂ ਜਾਂ ਸੰਵਾਦਾਂ ਵਿੱਚ ਸੁਕਰਾਤ ਵੱਖਰੀ ਬਲਕਿ ਉਲਟ ਵਿਰੋਧੀ ਦਿੱਖ ਵਾਲਾ ਮਿਲਦਾ ਹੈ। ਚਿੰਤਨ ਜਾਂ ਦਰਸ਼ਨ ਬਾਰੇ ਜਾਣਨ ਦਾ ਰਸਤਾ ਵੀ ਇਸੇ ਦੁਸ਼ਵਾਰੀ ਵਿੱਚੋਂ ਹੋ ਕੇ ਲੰਘਦਾ ਹੈ। ਇਸਦੇ ਕਈ ਕਾਰਨ ਹਨ, ਪਰ ਕੁਝ ਕਾਰਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਸੁਕਰਾਤ ਨੂੰ ਇੱਕ ਸੰਪਰਦਾਇਕ ਵਿਹਾਰ ਮੰਨਦਾ ਹੈ। ਸੁਕਰਾਤ ਦਰਸ਼ਨ ਨੂੰ ਇੱਕ ਸੰਪਰਦਾਇਕ ਵਿਹਾਰ ਮੰਨਦਾ ਹੈ। ਉਸ ਅਨੁਸਾਰ ਗਿਆਨ ਹਾਸਲ ਕਰਨ ਤੇ ਪ੍ਰਦਾਨ ਕਰਨ ਦੀ ਜੜ ਵਿੱਚ ਨਿੱਜ ਤੇ ਉਸਦੀ ਸਖਿਣਤਾ ਪਈ ਹੈ। ਦਰਸ਼ਨੀ ਚਿੰਤਨ ਉੱਪਰ ਇਹ ਸ਼ੱਕ ਉਸਦੇ ਚਿੰਤਨ ਦੀ ਮੁੱਲ ਸੁਰ ਸੀ। ਬਹੁਤ ਸਾਰੇ ਸੰਵਾਦਾਂ ਵਿੱਚ ਉਸਨੇ ਇਹ ਸਪਸ਼ਟ ਕੀਤਾ ਕਿ ਗਿਆਨ ਨਾ ਤਾਂ ਲਿਆ ਜਾ ਸਕਦਾ ਹੈ, ਨਾ ਹੀ ਕਿਸੇ ਨੂੰ ਦਿੱਤਾ ਜਾ ਸਕਦਾ ਹੈ। ਕਿਸੇ ਕੋਲੋਂ ਗਿਆਨ ਹਾਸਲ ਕਰਨਾ ਅਸਲ ਵਿੱਚ ਉਸ ਦੀ ਸ਼ਖਸੀਅਤ ਦੀ ਅਧੀਨਗੀ ਹੈ ਤੇ ਕਿਸ ਨੂੰ ਗਿਆਨ ਦੇਣਾ ਉਸ ਉੱਪਰ ਆਪਣਾ ਦਾਅਵਾ ਕਾਇਮ ਕਰਨਾ ਹੈ। ਸੁਕਰਾਤ ਦੀਆਂ ਦਰਸ਼ਨ ਬਾਰੇ ਪ੍ਰਮੁੱਖ ਧਾਰਨਾਵਾਂ ਵਿੱਚੋਂ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ, ਉਸ ਅਨੁਸਾਰ ਉਸਨੇ ਗਿਆਨ ਨੂੰ ਮਹਿਸੂਸ ਕਰਨ ਵਾਲੀ ਭਾਵਨਾ ਕਿਹਾ। ਇਹੀ ਕਾਰਨ ਹੈ ਕਿ ਉਸਨੇ ਇੱਕ ਪਾਸੜ ਪ੍ਰਵਚਨੀ ਗਿਆਨ ਨੂੰ ਰੱਦ ਕਰ ਦਿੱਤਾ। ਸੁਕਰਾਤ ਨੇ ਆਪਣੇ ਜੀਵਨ ਜਾਂ ਦਰਸ਼ਨ ਬਾਰੇ ਕੋਈ ਅੱਖਰ ਤੱਕ ਨਹੀਂ ਲਿਖਿਆ। ਉਸਨੇ ਆਪਣੇ ਸਹਿਯੋਗੀਆਂ ਨੂੰ ਗਿਆਨ ਦੇ ਕਰਮ ਵਿੱਚ ਹੇਠਾਂ ਰੱਖਣ ਦੀ ਥਾਂ ਉਹਨਾਂ ਨਾਲ ਸੰਵਾਦੀ ਰਿਸ਼ਤਾ ਬਣਾਇਆ ਤੇ ਉਹਨਾਂ ਦੀਆਂ ਰਾਵਾਂ ਦਾ ਬਰਾਬਰ ਸਤਿਕਾਰ ਕੀਤਾ। ਕਈ ਸੰਵਾਦਾਂ ਵਿੱਚ ਸੁਕਰਾਤ ਜ਼ਿਕਰ ਕਰਦਾ ਹੈ ਕਿ ਗਿਆਨ ਦੋ ਨਾ ਬਰਾਬਰੀ ਵਾਲਿਆਂ ਧਿਰਾਂ ਦੇ ਸੰਵਾਦ ਵਿੱਚੋਂ ਪੈਦਾ ਹੋ ਹੀ ਨਹੀਂ ਸਕਦਾ। ਸੁਕਰਾਤ ਬਹੁਤ ਸਾਰੇ ਸੰਵਾਦਾਂ ਵਿੱਚ ਗਿਆਨ ਨੂੰ ਆਪਣੇ ਆਸ-ਪਾਸ ਦੇ ਸੰਸਾਰ ਤੇ ਕੁਦਰਤ ਨਾਲ ਸੰਬੰਧਿਤ ਜਾਂ ਚੇਤਨਾਮਈ ਮਾਧਿਅਮ ਕਹਿੰਦਾ ਹੈ। ਉਹ ਗਿਆਨ ਦੀ ਸਰਵਾਂਗੀ ਵਿਆਪਕਤਾ ਨੂੰ ਰੱਦ ਕਰਦਾ ਹੈ ਤੇ ਲਗਾਤਾਰ ਅੰਦਰਲੀ ਬਾਹਰਲੀ ਯਾਤਰਾ ਨੂੰ ਗਿਆਨ ਨਾਲ ਤੁਲਨਾਉਂਦਾ ਹੈ। ਕਨਫਿਊਸ਼ੀਅਸ, ਬੁੱਧ ਜਾਂ ਈਸਾ ਵਾਂਗ ਉਸਦੇ ਸੰਸਥਾਗਤ ਅਨੁਯਾਈ ਵੀ ਨਹੀਂ ਹਨ। ਦਰਅਸਲ ਉਹ ਮੱਠਵਾਦੀ ਗਿਆਨ ਪਸਾਰ ਦਾ ਵਿਰੋਧੀ ਸੀ, ਇਸ ਲਈ ਉਸ ਬਾਰੇ ਕਿਸੇ ਨੇ ਵੀ ਵਿਧੀਵਤ ਜੀਵਨੀ ਨਹੀਂ ਲਿਖੀ। ਸੁਕਰਾਤ ਬਾਰੇ ਕਿਹਾ ਜਾਂਦਾ ਹੈ ਕਿ ਉਹ ਗਿਆਨ ਦੇ ਪੱਖ ਤੇ ਤੁਰੇ ਹਰ ਜਿਗਿਆਸੂ ਦਾ ਨਿੱਜੀ ਸੁਕਰਾਤ ਹੈ, ਜੋ ਉਸਦੀ ਸ਼ਖਸੀਅਤ ਤੇ ਜਿਗਿਆਸੂ ਦੀ ਚੇਤਨਾ ਦਾ ਸੁਮੇਲ ਹੈ। ਇਹਨਾਂ ਸੂਤਰਾਂ ਤੋਂ ਇਹ ਗੱਲ ਸਾਬਿਤ ਹੋ ਸਕਦੀ ਹੈ ਕਿ ਕਿਉਂ ਸੁਕਰਾਤ ਬਾਰੇ ਮਿਲਦੀਆਂ ਸੰਵਾਦਨੁਮਾ ਲਿਖਤਾਂ ਦੀ ਸੁਰ ਵਿਰੋਧਾਭਾਸੀ ਹੈ। ਲੂਇਸ ਨੇਵੀਆ ਨੇ ਇਸ ਸੰਬੰਧ ਵਿੱਚ ਬਿਲਕੁਲ ਠੀਕ ਫਰਮਾਇਆ ਹੈ ਕਿ ਸਾਰੀਆਂ ਜਾਣਕਾਰੀਆਂ ਦੇ ਬਾਵਜੂਦ ਸੁਕਰਾਤ ਬਾਰੇ ਜਾਣਨ ਦਾ ਕੋਈ ਵੀ ਪ੍ਰਮਾਣਿਕ ਸਰੋਤ ਨਹੀਂ ਹੈ। ਕੋਈ ਵਿਚਾਰ, ਕੋਈ ਘਟਨਾ ਉਸ ਬਾਰੇ ਅਜਿਹੀ ਨਹੀਂ ਜਿਸ ਉੱਪਰ ਪੱਕੀ ਤਰ੍ਹਾਂ ਯਕੀਨ ਜਾਂ ਬੇਯਕੀਨੀ ਪ੍ਰਗਟਾਈ ਜਾ ਸਕੇ। ਸੁਕਰਾਤ ਅਸਲ ਵਿੱਚ ਇੱਕ ਭਾਵਨਾ ਦਾ ਨਾਂ ਹੈ। ਇਸਦਾ ਇਹ ਅਰਥ ਵੀ ਹਰਗਿਜ਼ ਨਹੀਂ ਕਿ ਸੁਕਰਾਤ ਦੇ ਦਰਸ਼ਨ ਬਾਰੇ ਪੱਕੀ ਤਰ੍ਹਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ। ਉਸ ਨੂੰ ਦਰਸ਼ਨ ਦੇ ਇਤਿਹਾਸ ਵਿੱਚ ਸਥਾਪਿਤ ਕਰਕੇ ਉਸ ਤੋਂ ਪਹਿਲਾਂ ਦੇ ਦਰਸ਼ਨ ਦੀਆਂ ਧਾਰਨਾਵਾਂ ਦਾ ਵਿਸ਼ਲੇਸ਼ਣ ਤੇ ਉਸ ਤੋਂ ਬਾਅਦ ਵਾਲੇ ਦਰਸ਼ਨ ਦੀ ਵਿਰਾਸਤ ਨੂੰ ਜਦੋਂ ਤੁਲਨਾਤਮਕ ਰੂਪ ਵਿੱਚ ਦੇਖਦੇ ਹਾਂ ਤਾਂ ਗੱਲ ਸਪਸ਼ਟ ਹੋ ਜਾਂਦੀ ਕਿ ਸੁਕਰਾਤ ਦਰਸ਼ਨ ਦੇ ਇਤਿਹਾਸ ਵਿੱਚ ਵਿੱਡ ਮਾਰਨ ਵਾਲਾ ਨਾਂ ਹੈ। ਉਸ ਤੋਂ ਬਾਅਦ ਦੇ ਗਿਆਨ ਸ਼ਾਸਤਰੀ ਪਹੁੰਚ ਦੇ ਮਿਆਰ ਨੂੰ ਧਿਆਨ ਵਿੱਚ ਰੱਖ ਕੇ ਹੀ ਸੁਕਰਾਤ ਦੇ ਚਿੰਤਨ ਨੂੰ ਨਿਰਧਾਰਨ ਕੀਤਾ ਜਾ ਸਕਦਾ ਹੈ। ਦੂਜੀ ਗੱਲ ਇਹ ਵੀ ਹੈ ਕਿ ਜੇਕਰ ਜੀਨੋਫੋਨ ਤੇ ਪਲੇਟੋ ਦੇ ਸੰਵਾਦਾਂ ਵਿੱਚੋਂ ਕਾਫੀ ਕੁਝ ਉਹਨਾਂ ਦੋਵਾਂ ਦੀ ਆਪਣੀ ਕਾਲਪਨਿਕ ਸਿਰਜਣਾ ਵੀ ਮੰਨ ਲਿਆ ਜਾਵੇ ਤਾਂ ਵੀ ਕੁਝ ਐਸਾ ਹੈ ਜੋ ਸੁਕਰਾਤ ਦੇ ਪ੍ਰਭਾਵ ਵਸ ਰਚਿਆ ਹੋਇਆ ਹੋਵੇਗਾ। ਉਹ ਕੁਝ ਵੀ ਘੱਟ ਮਹੱਤਵ ਵਾਲਾ ਨਹੀਂ। ਅਸਲ ਵਿੱਚ ਸੁਕਰਾਤ ਦੀ ਵਿਧੀ ਇੱਕ ਵਿਸ਼ੇਸ਼ ਤਰੀਕੇ ਨਾਲ ਆਪਣੇ ਤੋਂ ਪਹਿਲੇ ਦਰਸ਼ਨ ਜਾਂ ਸਮਕਾਲ ਦੇ ਦਾਰਸ਼ਨਿਕਾਂ ਦੀਆਂ ਲੱਭਤਾਂ ਨਾਲ ਸੰਵਾਦੀ ਹੈ।
ਇਸ ਵਿਧੀ ਦੇ ਆਧਾਰ ਤੇ ਹੀ ਉਸਦੀ ਦਾਰਸ਼ਨਿਕ ਪਹੁੰਚ ਨੂੰ ਸਵੀਕਾਰ ਕਰਕੇ ਉਸਨੂੰ ਦੁਨੀਆ ਦੇ ਗਿਆਨ ਸ਼ਾਸਤਰੀ ਇਤਿਹਾਸ ਦੇ ਸਭ ਤੋਂ ਅਹਿਮ ਨਾਮਾਂ ਵਿੱਚੋਂ ਇੱਕ ਮੰਨਣਾ ਪੈਂਦਾ ਹੈ। ਪੱਛਮੀ ਵਿਦਵਾਨਾਂ ਨੇ ਸੁਕਰਾਤ ਦੇ ਜੀਵਨ ਤੇ ਦਰਸ਼ਨ ਸੰਬੰਧੀ ਇਸ ਅਪ੍ਰਮਾਣਿਕਤਾ ਤੇ ਅਨਿਸ਼ਚਿਤਤਾ ਦੇ ਪ੍ਰਸੰਗ ਨੂੰ ਸੁਕਰਾਤੀ ਸਮੱਸਿਆ ਕਿਹਾ। ਪਲੇਟੋ ਤੇ ਜੀਨੋਫੋਨ ਦੇ ਸਾਹਿਤ ਦੇ ਸਾਹਮਣੇ ਆਉਣ ਤੋਂ ਲੈ ਕੇ ਹੀ ਦਰਸ਼ਨ ਦੇ ਖੇਤਰ ਵਿੱਚ ਕੁਝ ਸੁਕਰਾਤੀ ਸਮੱਸਿਆ ਬਾਰੇ ਗੰਭੀਰ ਵਿਚਾਰ ਹੋਈ ਹੈ। ਆਧੁਨਿਕ ਦੌਰ ਦੇ ਦਰਸ਼ਨ ਸ਼ਾਸਤਰੀਆਂ ਨੇ ਜਦੋਂ ਸੁਕਰਾਤ ਦੀ ਵਿਰਾਸਤ ਨਿਰਧਾਰਤ ਕਰਨ ਬਾਰੇ ਸੋਚਿਆ ਤਾਂ ਇਸ ਮੁੱਦੇ ਤੇ ਹੋਰ ਵੀ ਪੱਖਵੀ ਵਿਚਾਰ ਚਰਚਾ ਸ਼ੁਰੂ ਹੋਈ। ਸੁਕਰਾਤੀ ਸਮੱਸਿਆ ਤੋਂ ਭਾਵ ਉਸ ਸਵਾਲ ਤੋਂ ਹੈ ਜੋ ਸੁਕਰਾਤ ਬਾਰੇ ਮਿਲਦੇ ਸਰੋਤਾਂ ਰਾਹੀਂ ਇਤਿਹਾਸ ਵਿਚਲੇ ਸੁਕਰਾਤ ਦੇ ਜੀਵਨ ਚਰਿੱਤਰ ਅਤੇ ਦਰਸ਼ਨ ਬਾਰੇ ਪੈਦਾ ਹੁੰਦੇ ਹਨ। ਇਹ ਸਰੋਤ ਮੁੱਖ ਤੌਰ ਤੇ ਅਰਿਸਤੋਫੈਨਸ ਦੇ ਹਾਸ ਨਾਟਕ, ਜੀਨੋਫੋਨ ਦੇ ਵਾਰਤਾਲਾਪ ਅਤੇ ਪਲੇਟੋ ਦੇ ਸੰਵਾਦਾਂ ਵਿੱਚੋਂ ਪ੍ਰਾਪਤ ਹੁੰਦੇ ਸੁਕਰਾਤ ਦੇ ਜੀਵਨ ਅਤੇ ਉਸ ਵੱਲੋਂ ਪੇਸ਼ ਦਰਸ਼ਨ ਦੀਆਂ ਮਾਨਤਾਵਾਂ ਦੀ ਦੱਸ ਪਾਉਂਦੇ ਹਨ। ਅਰਿਸਤੋਫੈਨਸ ਦੇ ਨਾਟਕ ਵਿੱਚ ਸੁਕਰਾਤ ਦੇ ਪ੍ਰਤੀਰੂਪ ਵਜੋਂ ਇੱਕ ਚਿੰਤਕ ਦੇ ਕਿਰਦਾਰ ਦਾ ਮਜ਼ਾਕ ਉਡਾਇਆ ਗਿਆ। ਅਰਿਸਤੋਫੈਨਸ ਇੱਕ ਕਵੀ ਸੀ ਤੇ ਸੁਕਰਾਤ ਨਾਲ ਦੋਸਤੀ ਦੇ ਚਲਦਿਆਂ ਉਸਨੇ ਬਹੁਤ ਸਾਰੀ ਨਿੱਜੀ ਮਾਲੂਮਾਤ ਨੂੰ ਨਾਟਕੀ ਪੁੱਠ ਚਾੜ ਕੇ ਪੇਸ਼ ਕੀਤਾ। ਪਲੇਟੋ ਨੇ ਖੁੱਲ੍ਹੇਆਮ ਇਸ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉਹ ਕਵੀਆਂ ਦੇ ਨਫ਼ਰਤ ਦੀ ਹੱਦ ਤੱਕ ਹਕੀਕਤ ਨਾਲ ਦੇਖਣ ਲੱਗਾ। ਪਰ ਇਹ ਵੀ ਯਾਦ ਰੱਖਣਾ ਪਵੇਗਾ ਕਿ ਸੁਕਰਾਤ ਦੇ ਮੁਕੱਦਮੇ ਅਤੇ ਸਜ਼ਾ ਤੋਂ ਲੈ ਕੇ ਇਤਿਹਾਸ ਦੇ ਲੰਮੇ ਦੌਰ ਵਿੱਚ ਉਸ ਬਾਰੇ ਇਸੇ ਨਾਟਕ ਉੱਪਰ ਲੋਕਾਂ ਨੇ ਸਭ ਤੋਂ ਵੱਧ ਯਕੀਨ ਕੀਤਾ ਹੈ। ਸੁਕਰਾਤੀ ਸਮੱਸਿਆ ਦਾ ਦੂਸਰਾ ਸਿਰਾ ਜੀਨੋਫੋਨ ਦੁਆਰਾ ਪੇਸ਼ ਸੁਕਰਾਤ ਨਾਲ ਜੁੜਿਆ ਹੋਇਆ ਹੈ। ਜੀਨੋਫੋਨ ਆਪਣੀ ਕਿਤਾਬ ਕਨਵਰਸੇਸ਼ਨ ਆਫ ਸੁਕਰਾਟ ਵਿੱਚ ਵਧੇਰੇ ਧਿਆਨ ਸੁਕਰਾਤ ਦੀ ਜੀਵਨੀ ਤੇ ਘਟਨਾਵਾਂ ਦੀ ਇਤਿਹਾਸਕਤਾ ਦੀ ਥਾਂ ਨੈਤਿਕ ਸ਼ਖਸੀਅਤ ਦੀ ਪਛਾਣ ਉੱਪਰ ਦਿੰਦਾ ਹੈ। ਉਸਦੀ ਕਿਤਾਬ ਪਲੇਟੋ ਦੇ ਸੰਵਾਦਾਂ ਵਾਂਗ ਸੁਕਰਾਤ ਨੂੰ ਬਹਿਸ ਦੀ ਇੱਕ ਧਿਰ ਬਣਾ ਕੇ ਪੇਸ਼ ਨਹੀਂ ਕਰਦੀ, ਸਗੋਂ ਜੀਨੋਫੋਨ ਦਾ ਸੁਕਰਾਤ ਉਸਦੀ ਬਿਰਤਾਂਤਕਾਰੀ ਦਾ ਇੱਕ ਨੁਕਤਾ ਬਣ ਕੇ ਸਾਹਮਣੇ ਆਉਂਦਾ ਹੈ। ਇਸੇ ਕਾਰਨ ਜੀਨੋਫੋਨ ਵੱਲੋਂ ਪੇਸ਼ ਸੁਕਰਾਤ ਕਿਤੇ ਵੀ ਬਹੁਤੀਆਂ ਗੰਭੀਰ ਦਾਰਸ਼ਨਿਕ ਪ੍ਰਵਿਰਤੀਆਂ ਵਾਲਾ ਨਹੀਂ ਲੱਗਦਾ। ਹਾਂ, ਉਹ ਬਿਰਤਾਂਤਕਾਰ ਵੱਲੋਂ ਮਿੱਥ ਕੇ ਸਭ ਤੋਂ ਸਿਆਣਾ ਤੇ ਸਦਾਚਾਰੀ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਸਦਾ ਕਾਰਨ ਇਹੀ ਲੱਗਦਾ ਹੈ ਕਿ ਜੀਨੋਫੋਨ ਆਪ ਪਲੇਟੋ ਦੇ ਮੁਕਾਬਲੇ ਘੱਟ ਦਾਰਸ਼ਨਿਕ ਰੁਚੀਆਂ ਵਾਲਾ ਸੀ, ਇਸ ਲਈ ਉਸਨੇ ਸੁਕਰਾਤ ਦਾ ਚਰਿੱਤਰ ਹੀ ਚਿਤਰਿਆ। ਉਸਦੀਆਂ ਲਿਖਤਾਂ ਸਾਹਿਤਕ ਵਧੇਰੇ ਹਨ, ਦਾਰਸ਼ਨਿਕ ਘੱਟ। ਉਸਦੀ ਕਿਤਾਬ ਦੀ ਭੂਮਿਕਾ ਵਿੱਚ ਰੌਬਿਨ ਵਾਟਰਫੀਲਡ ਲਿਖਦਾ ਹੈ, ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਜੀਨੋਫੋਨ ਅਤੇ ਪਲੇਟੋ ਵਿੱਚ ਸਾਨੂੰ ਦਿਸਦਾ ਸੁਕਰਾਤ ਹੀ ਅਸਲੀ ਸੁਕਰਾਤ ਹੈ। ਦੋਵਾਂ ਦੇ ਚਿਤਰਣ ਵਿੱਚ ਬਹੁਤ ਸਾਰੇ ਅੰਤਰ ਦੇ ਬਾਵਜੂਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਪਾਠਕ ਨੂੰ ਚੇਤਾਵਨੀ ਦਿੰਦਾ ਹਾਂ ਕਿ ਕਿਤਾਬ ਦੇ ਅਗਲੇ ਪੰਨਿਆਂ ਵਿੱਚ ਉਹ ਸੁਕਰਾਤ ਤੋਂ ਵਧੇਰੇ ਜੀਨੋਫੋਨ ਬਾਰੇ ਜਾਣਨਗੇ। ਪੱਛਮ ਵਿੱਚ ਜੀਨੋਫੋਨ ਦੇ ਸਮਰਥਕਾਂ ਦੀ ਵੀ ਘਾਟ ਨਹੀਂ ਤੇ ਪਲੇਟੋ ਦੇ ਹਮਾਇਤੀਆਂ ਦੀ ਵੀ ਖਾਸੀ ਗਿਣਤੀ ਰਹੀ ਹੈ। ਨਾਲ ਹੀ ਇਹਨਾਂ ਦੋਵਾਂ ਦੇ ਆਲੋਚਕ ਵੀ ਭਾਰੀ ਤਾਦਾਦ ਵਿੱਚ ਮੌਜੂਦ ਹਨ, ਜੋ ਇਹਨਾਂ ਦੋਵਾਂ ਵੱਲੋਂ ਪੇਸ਼ ਦਾਰਸ਼ਨਿਕ ਸੁਕਰਾਤ ਨੂੰ ਇਹਨਾਂ ਦੀ ਕਾਲਪਨਿਕ ਘਾੜਤ ਹੀ ਮੰਨਦੇ ਹਨ। ਇਹ ਵੱਖਰੀ ਗੱਲ ਹੈ ਕਿ ਪਲੇਟੋ ਨੇ ਸੁਕਰਾਤ ਨੂੰ ਜੀਵਨ ਦੇ ਹਰ ਵਿਸ਼ੇ ਬਾਰੇ ਗੰਭੀਰ ਦਾਰਸ਼ਨਿਕ ਗਿਆਨ ਵਿੱਚ ਮਾਹਿਰ ਵਿਅਕਤੀਆਂ ਵਜੋਂ ਪੇਸ਼ ਕੀਤਾ ਤੇ ਜੀਨੋਫੋਨ ਨੇ ਸੁਕਰਾਤ ਦੇ ਹਮਲਾਵਰਾਂ ਤੋਂ ਉਸਦੀ ਰਾਖੀ ਕਰਦਿਆਂ ਉਸਨੂੰ ਦਿਆਲੂ ਤੇ ਸਦਭਾਵੀ ਮਨੁੱਖ ਵਜੋਂ ਚਿਤਰਿਆ, ਜੋ ਲੋਕਾਂ ਨੂੰ ਸਹੀ ਰਸਤੇ ਉੱਪਰ ਤੋਰਦਾ ਸੀ। ਜੀਨੋਫੋਨ ਦਾ ਸੁਕਰਾਤ ਕਿਸੇ ਵਿਸ਼ੇਸ਼ ਦਰਸ਼ਨ ਦਾ ਨਿਰਮਾਤਾ ਹੋਣ ਦੀ ਥਾਂ ਨੈਤਿਕਤਾ ਦਾ ਪ੍ਰਚਾਰਕ ਬਣ ਕੇ ਵਧੇਰੇ ਪੇਸ਼ ਹੋਇਆ। ਜੀਨੋਫੋਨ ਦੀ ਲਿਖਤ ਦੀ ਇੱਕ ਸਾਹਿਤਕ ਵਿਧੀ ਹੈ। ਉਹ ਹਰ ਘਟਨਾ ਦਾ ਮੁੱਢ ਬਣਦਿਆਂ ਜਿਹੜੇ ਗੁਣ ਨੂੰ ਪੂਰੀ ਘਟਨਾ ਵਿੱਚ ਸੰਚਾਲਿਤ ਕਰਨਾ ਚਾਹੁੰਦੇ ਹੈ, ਉਸਨੂੰ ਸ਼ੁਰੂਆਤ ਵਿੱਚ ਸੁਕਰਾਤ ਦਾ ਸਹਿਜ ਸ਼ਖਸੀ ਗੁਣ ਕਹਿੰਦਾ ਹੈ। ਜਿਵੇਂ ਇੱਕ ਥਾਂ ਤੇ ਲਿਖਦਾ ਹੈ, ਜਦੋਂ ਉਹਦੇ ਦੋਸਤ ਮੁਸੀਬਤ ਵਿੱਚ ਪੈਂਦੇ ਹਨ, ਵਿਸ਼ੇਸ਼ ਕਰਕੇ ਜਦੋਂ ਉਹ ਅਣਗਹਿਲੀ ਦਾ ਸ਼ਿਕਾਰ ਹੋਏ ਹੋਣ, ਤਾਂ ਸੁਕਰਾਤ ਉਹਨਾਂ ਨੂੰ ਸਲਾਹ ਦਿੰਦਾ ਸੀ, ਜੇਕਰ
ਮੁਸੀਬਤ ਕਿਸੇ ਥੋੜ੍ਹ ਦੀ ਹੋਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਇੱਕ ਦੂਜੇ ਦੀ ਸਹਾਇਤਾ ਕਰਨੀ ਸਿਖਾਉਂਦੀ ਸੀ। ਮੈਂ ਇਸ ਗੱਲ ਨੂੰ ਉਸਦੇ ਬਾਰੇ ਇੱਕ ਘਟਨਾ ਨਾਲ ਜੋੜਾਂਗਾ ਜੋ ਮੈਨੂੰ ਪਤਾ ਹੈ। ਇਸ ਦੇ ਮੁਕਾਬਲੇ ਪਲੇਟੋ ਦਾ ਬਹੁਤ ਧਿਆਨ ਸੁਕਰਾਤ ਦੀ ਦਾਰਸ਼ਨਿਕਤਾ ਨੂੰ ਲੈ ਕੇ ਉਸਦੀ ਹਸਤੀ ਤੇ ਪ੍ਰਸੰਗ ਵਿੱਚ ਉਤਾਰਨ ਵੱਲ ਹੈ। ਉਸਨੇ ਸੁਕਰਾਤ ਬਾਰੇ ਕਰੀਬਨ 30 ਸੰਵਾਦ ਲਿਖੇ। ਇਹਨਾਂ ਸੰਵਾਦਾਂ ਨੂੰ 3 ਭਾਗਾਂ ਵਿੱਚ ਵੰਡ ਲਿਆ ਜਾਣਾ ਚਾਹੀਦਾ ਹੈ। ਪਹਿਲੇ ਹਿੱਸੇ ਵਿੱਚ ਉਹ ਸੰਵਾਦ ਹਨ ਜਿਨ੍ਹਾਂ ਦੇ ਕੇਂਦਰ ਵਿੱਚ ਸੁਕਰਾਤ ਹੈ ਜੋ ਆਪਣੇ ਵਿਚਾਰ ਪੇਸ਼ ਕਰਦਾ ਹੈ। ਇਹਨਾਂ ਨੂੰ ਸੁਕਰਾਤੀ ਸੰਵਾਦਾਂ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਕਿਉਂਕਿ ਉਹ ਨਿਰੋਲ ਦਾਰਸ਼ਨਿਕ ਧਾਰਾ ਤੇ ਹੀ ਬਹਿਸ ਦਾ ਹਿੱਸਾ ਬਣਦਾ ਹੈ। ਇਹਨਾਂ ਸੰਵਾਦਾਂ ਵਿੱਚ ਐਪੋਲੋਜੀ, ਕ੍ਰੇਟੋ, ਚਾਰਮੀਡੀਜ਼, ਲੈਂਚੀਜ਼, ਲਾਈਸੰਸ ਦਾ ਜਾਂ ਦੋਸਤੀ, ਯੂਥਾਈਬਰੋ ਤੇ ਇਓਨ ਪ੍ਰਮੁੱਖ ਹਨ। ਦੂਜੇ ਹਿੱਸੇ ਵਿੱਚ ਉਹ ਸੰਵਾਦ ਹਨ ਜਿਨ੍ਹਾਂ ਵਿੱਚ ਪਲੇਟੋ ਆਪਣੇ ਵਿਚਾਰ ਸੁਕਰਾਤ ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਸਿੰਪੋਜ਼ੀਅਮ ਤੇ ਰਿਪਬਲਿਕ ਇਸ ਪੱਖ ਤੋਂ ਬੇਹੱਦ ਮੁੱਲਵਾਨ ਸੰਵਾਦ ਹਨ। ਇਹਨਾਂ ਵਿੱਚ ਸੁਕਰਾਤ ਦੀ ਦਾਰਸ਼ਨਿਕ ਵਿਰਾਸਤ ਪੇਸ਼ ਹੁੰਦੀ ਹੈ। ਬਾਕੀ ਸੰਵਾਦਾਂ ਵਿੱਚ ਗੋਰਜੀਅਸ, ਪ੍ਰੋਟਾਗੋਰਸ, ਮੇਨੋ, ਯੂਥਾਈਡਸ, ਕ੍ਰਾਟੀਅਲਮ, ਫੈਡੋ ਤੇ ਫੇਦਰਸ ਸ਼ਾਮਲ ਕੀਤਾ ਜਾ ਸਕਦਾ ਹੈ। ਤੀਸਰੇ ਹਿੱਸੇ ਵਿੱਚ ਉਹ ਸੰਵਾਦ ਹਨ ਜਿਨ੍ਹਾਂ ਵਿੱਚ ਪਹਿਲਿਆਂ ਨਾਲੋਂ ਬਹੁਤ ਗੰਭੀਰ ਦਰਸ਼ਨ ਦਾ ਵਿਕਾਸ ਹੋਇਆ ਮਿਲਦਾ ਹੈ। ਇਹ ਔਖਾ ਕਾਰਜ ਹੈ ਪਰ ਇਸ ਦੇ ਮਹੱਤਵ ਨੂੰ ਸਵੀਕਾਰ ਕਰਕੇ ਹੀ ਸੁਕਰਾਤ ਦੀ ਦਾਰਸ਼ਨਿਕਤਾ ਦੀ ਥਾਂ ਪਾਈ ਜਾ ਸਕਦੀ ਹੈ। ਇਹਨਾਂ ਵਿੱਚ ਸੋਫਿਸਟਸ, ਸਟੇਟਸਮੈਨ, ਫਿਲੇਬਸ, ਟਿਮਾਈਸ, ਕ੍ਰਿਟੀਅਸ, ਲਾਜ ਅਤੇ ਸੇਵਨਥ ਲੈਟਰਸ ਸ਼ਾਮਿਲ ਹਨ। ਪਲੇਟੋ ਦੀ ਦਾਰਸ਼ਨਿਕ ਦੇਣ ਨੂੰ ਦੇਖਦਿਆਂ ਸੌਖਿਆਂ ਹੀ ਕਿਹਾ ਜਾ ਸਕਦਾ ਹੈ ਕਿ ਉਸਦੇ ਸੰਵਾਦਾਂ ਦਾ ਵਡੇਰਾ ਹਿੱਸਾ ਸੁਕਰਾਤ ਦੀਆਂ ਧਾਰਨਾਵਾਂ ਦੀ ਸਾਹਿਤਕਾਰੀ ਹੈ। ਜੇਕਰ ਸੁਕਰਾਤ ਵਿੱਚ ਕੋਈ ਚਿੰਤਨੀ ਗੁਣ ਨਾ ਹੁੰਦਾ ਤਾਂ ਪਲੇਟੋ ਵਰਗੇ ਉੱਚ ਕੋਟੀ ਦੇ ਫਿਲਾਸਫਰ ਤੇ ਅਮੀਰ ਵਿਅਕਤੀ ਨੂੰ ਵੀ ਕੀ ਬਿਪਤਾ ਪਈ ਸੀ ਕਿ ਉਹ ਇੱਕ ਦਰਵੇਸ਼ ਦਰਸ਼ਨ ਸ਼ਾਸਤਰੀ ਨੂੰ ਆਪਣੇ ਸੰਵਾਦਾਂ ਦੇ ਕੇਂਦਰ ਵਿੱਚ ਲਿਆ ਕੇ ਇਤਿਹਾਸ ਵਿੱਚ ਸਥਾਪਿਤ ਕਰ ਦਿੰਦਾ। ਇਸ ਲਈ ਸੁਕਰਾਤੀ ਸਮੱਸਿਆ ਨੂੰ ਨਿਰੋਲ ਤੱਥਵਾਦੀ ਹੋ ਕੇ ਨਹੀਂ ਸਮਝਿਆ ਜਾ ਸਕਦਾ। ਇਸ ਲਈ 20ਵੀਂ ਸਦੀ ਦੇ ਵਿਦਵਾਨਾਂ ਨੇ ਇਸ ਨੂੰ ਕੋਈ ਸਮੱਸਿਆ ਹੀ ਨਹੀਂ ਮੰਨਿਆ ਹੀ ਨਹੀਂ। ਅਰਿਸਤੋਫੈਨਸ, ਜ਼ੀਨੋਫੋਨ, ਪਲੇਟੋ ਤੇ ਅਰਸਤੂ ਦੀਆਂ ਲਿਖਤਾਂ ਵਿੱਚ ਪੇਸ਼ ਹੋਇਆ ਸੁਕਰਾਤ ਇਤਿਹਾਸਕ ਸ਼ਖਸੀਅਤ ਅਤੇ ਤਰਕਯੁਕਤ ਗਿਆਨ ਦਾ ਪ੍ਰਤੀਕ ਹੈ। ਇਹਨਾਂ ਚਾਰਾਂ ਨੇ ਆਪਣੇ ਆਪਣੇ ਪ੍ਰਭਾਵ ਤੇ ਪ੍ਰੇਰਨਾ ਦੇ ਅਨੁਸਾਰ ਹੀ ਸੁਕਰਾਤ ਨੂੰ ਚਿਤਰਿਆ ਹੈ। ਬਿਨਾਂ ਸ਼ੱਕ ਪਲੇਟੋ ਇਹਨਾਂ ਵਿੱਚੋਂ ਸਭ ਤੋਂ ਅਹਿਮ ਲੇਖਕ ਹੈ। ਸੁਕਰਾਤ ਦੇ ਦਰਸ਼ਨ ਦੀ ਪ੍ਰਮਾਣਿਕਤਾ ਦੇ ਸਭ ਤੋਂ ਨੇੜੇ ਪਹੁੰਚਣ ਦਾ ਰਸਤਾ ਇਹਨਾਂ ਲਿਖਤਾਂ ਵਿੱਚ ਹੀ ਪਿਆ ਹੈ। ਉਹ ਰਸਤਾ ਹੈ ਚਿੰਤਨ ਦੀ ਸੁਕਰਾਤੀ ਵਿਧੀ ਜਿਸਦੀ ਉਸ ਤੋਂ ਪਹਿਲਾਂ ਕਿਤੇ ਹੋਂਦ ਨਹੀਂ ਸੀ। ਐਂਗਲਜ਼ ਨੇ ਇਸਨੂੰ ਪਹਿਲੇ ਵਿਰੋਧ ਵਿਕਾਸੀ ਦਰਸ਼ਨ ਦੇ ਪੁਰਾਤਨ ਅੰਸ਼ ਕਿਹਾ ਹੈ। ਸੁਕਰਾਤ ਤੋਂ ਪਹਿਲਾਂ ਦਾ ਦਰਸ਼ਨ ਇੱਕ ਪਾਸੜ ਪ੍ਰਵਚਨ ਸੀ। ਕੋਈ ਦਾਰਸ਼ਨਿਕ ਆਪਣੀਆਂ ਰਾਵਾਂ ਨੂੰ ਕਿਸੇ ਧਾਰਮਿਕ ਜਾਂ ਵਿਹਾਰਕ ਦ੍ਰਿਸ਼ਟੀਕੋਣ ਤੋਂ ਆਪਣੇ ਅਨੁਯਾਈਆਂ ਸਾਹਮਣੇ ਰੱਖਦਾ ਸੀ। ਉਸਦੇ ਅਨੁਯਾਈ ਉਸਦੀਆਂ ਧਾਰਨਾਵਾਂ ਨੂੰ ਅੱਗੇ ਪ੍ਰਸਾਰਿਤ ਵੀ ਕਰਦੇ ਸਨ ਤੇ ਉਹਨਾਂ ਨੂੰ ਦ੍ਰਿੜ ਕਰਨ ਲਈ ਜ਼ੋਰ ਵੀ ਲਾਉਂਦੇ ਸਨ। ਇਹ ਸਾਰਾ ਵਤੀਰਾ ਧਾਰਮਿਕਤਾ ਵਾਂਗ ਸੀ। ਸੁਕਰਾਤ ਤੋਂ ਪਹਿਲਾਂ ਦਾ ਸਾਰਾ ਚਿੰਤਨ ਕੁਝ ਅੰਸ਼ਾਂ ਨੂੰ ਛੱਡ ਕੇ ਆਦਰਸ਼ਵਾਦੀ ਰੁਝਾਨ ਵਾਲਾ ਸੀ। ਬਹੁਤੇ ਚਿੰਤਕ ਮਨੁੱਖ ਦੇ ਉਸਦੀ ਦਾਇਰੇ ਦੇ ਸਾਰੇ ਸੰਸਕ੍ਰਿਤਕ ਜੀਵਨ ਵਿਹਾਰ ਨੂੰ ਕਿਸੇ ਵਡੇਰੇ ਮੰਤਵ ਵਾਲਾ ਸਮਝਦੇ ਸਨ ਤੇ ਮਨੁੱਖ ਨੂੰ ਇਸ ਮੰਤਵ ਦੀ ਪੂਰਤੀ ਦਾ ਕਾਰਕ ਮਾਤਰ ਸਮਝਿਆ ਜਾਂਦਾ ਸੀ। ਸੁਕਰਾਤ ਨੇ ਇਸ ਦੇ ਸਮਾਂਤਰ ਕਾਂਟਵੀ ਦਰਸ਼ਨ ਵਿਧੀ ਈਜਾਦ ਕੀਤੀ। ਚਿੰਤਨ ਦੀ ਇਸ ਵਿਧੀ ਨੂੰ ਸੁਕਰਾਤੀ ਵਿਧੀ ਕਿਹਾ ਜਾਂਦਾ ਹੈ। ਸੁਕਰਾਤ ਉੱਪਰ ਆਪਣੇ ਤੋਂ ਪਹਿਲੇ ਦਰਸ਼ਨ ਦਾ ਪ੍ਰਭਾਵ ਨਾ ਹੋਵੇ ਐਸਾ ਨਹੀਂ ਪਰ ਉਸਨੇ ਬੜੀ ਚੇਤਨਾ ਨਾਲ ਆਪਣੇ ਆਪ ਨੂੰ ਇਸ ਵਹਾਅ ਵਿੱਚ ਵਹਿ ਜਾਣ ਤੋਂ ਬਚਾਈ ਰੱਖਿਆ। ਉਸਨੇ ਗਿਆਨ ਦੀ ਨਿਰਮਾਣਕਾਰੀ ਨੂੰ ਘੋਖਿਆ ਤੇ ਉਹਨਾਂ ਤੱਤਾਂ ਨੂੰ ਗੰਭੀਰਤਾ ਨਾਲ ਜਾਣਿਆ ਜਿਨ੍ਹਾਂ ਤੋਂ ਸਵਾਲ ਬਣਦੇ ਸਨ। ਪੀੜ੍ਹੀਓਂ ਪੀੜ੍ਹੀ ਮਿਲਦੀਆਂ ਮਾਨਤਾਵਾਂ ਤੇ ਵਿਸ਼ਵਾਸਾਂ ਨੂੰ ਤੋੜਨ ਦੀ ਵਿਧੀ ਦਾ ਵਿਕਾਸ ਸੁਕਰਾਤ ਦੇ ਦਰਸ਼ਨ ਦੀ ਵਿਸ਼ੇਸ਼ਤਾ ਹੈ। ਇਸ ਵਿਧੀ ਨਾਲ ਗਿਆਨ ਜਿਗਾਸੂ ਦੇ ਵਿਚਾਰਾਂ ਦਾ ਨਿਰਮਾਣ ਵੀ ਹੁੰਦਾ ਹੈ। ਬਰਟਨ ਰਸਲ ਦੇ ਸ਼ਬਦਾਂ ਵਿੱਚ
ਸੁਕਰਾਤ ਦੇ ਦਰਸ਼ਨ ਵਿੱਚ ਐਸੇ ਤੱਥ ਸ਼ਾਮਿਲ ਹੁੰਦੇ ਹਨ ਜੋ ਇਸ ਦੇ ਸਭ ਤੋਂ ਬੁਨਿਆਦੀ ਆਧਾਰ ਵਿੱਚ ਦੁਬਲੇ ਰੂਪ ਵਿੱਚ ਜੁੜੇ ਹੁੰਦੇ ਹਨ। ਮਨੁੱਖ ਦਾ ਆਪੇ ਨੂੰ ਜਾਣਨ ਦਾ ਵਿਹਾਰ ਅਤੇ ਉਸਦਾ ਦੁਨੀਆ ਨਾਲ ਸੰਬੰਧਿਤ ਹੋਣ ਦਾ ਵਿਚਾਰ, ਜਿਸ ਵਿੱਚ ਉਹ ਰਹਿੰਦਾ ਹੈ, ਆਪਸ ਵਿੱਚ ਦੁਬਲੇ ਸੰਬੰਧਾਂ ਵਿੱਚ ਜੁੜ ਕੇ ਹੀ ਸੁਕਰਾਤ ਦੇ ਦਰਸ਼ਨ ਦੀ ਵਿਧੀ ਵਿੱਚ ਆਏ। ਹਾਲਾਂਕਿ ਪੂਰਵ ਸਥਾਪਨਾਵਾਂ ਬਾਰੇ ਉਸਦੇ ਅਸਹਿਮਤੀ ਵਾਲੇ ਨਜ਼ਰੀਏ ਨੂੰ ਕੁਝ ਚਿੰਤਕਾਂ ਨੇ ਨਿਰਾਸ਼ਾ ਵੀ ਕਿਹਾ ਹੈ, ਪਰ ਉਸਦੀ ਅਸੰਤੁਸ਼ਟਤਾ ਨੇ ਕੁਦਰਤੀ ਵਿਗਿਆਨਾਂ ਵਿਚਕਾਰ ਸਾਂਝ ਦੀ ਸਥਾਪਤੀ ਕਰਕੇ ਇਸ ਸਾਪੇਖ ਸੱਚ ਦੀ ਤਲਾਸ਼ ਦਾ ਰਾਹ ਖੋਲ੍ਹਿਆ। ਉਸਨੇ ਆਸ-ਪਾਸ ਦਿਸਦੀਆਂ ਅਤੇ ਅਦਿੱਖ ਵਸਤੂਆਂ ਦੀਆਂ ਪਰਿਭਾਸ਼ਾਵਾਂ ਤੱਕ ਪਹੁੰਚਣ ਲਈ ਸਵਾਲਾਂ ਦਾ ਰਾਹ ਚੁਣਿਆ। ਉਸ ਲਈ ਪ੍ਰਚਲਿਤ ਪਰਿਭਾਸ਼ਾਵਾਂ ਮਨੁੱਖ ਨਾਲ ਸੰਬੰਧਿਤ ਸਵਾਲ ਨਹੀਂ ਸਨ। ਇਸ ਲਈ ਉਸਨੇ ਦੁਨੀਆ ਨੂੰ ਜਾਣਨ ਦੀ ਇੱਕ ਪ੍ਰੇਰਕ ਵਿਧੀ ਦੀ ਵਰਤੋਂ ਕੀਤੀ। ਉਸਦੇ ਮਤ ਅਨੁਸਾਰ ਸੱਚ ਕਿਸੇ ਇੱਕ ਜਗ੍ਹਾ ਜਾਂ ਵਿਸ਼ੇਸ਼ ਵਿਅਕਤੀ ਤੋਂ ਨਿਰਲੇਪ ਸੀ। ਉਹ ਸਵਾਲ ਲੈ ਕੇ ਹਾਜ਼ਰ ਹੋਇਆ। ਦੋਸਤਾਂ ਤੇ ਵਾਕਿਫਾਂ ਤੋਂ ਬਿਨਾਂ ਉਸਨੇ ਸਭਾ ਤੋਂ ਸਵਾਲ ਪੁੱਛੇ। ਇਹਨਾਂ ਸਵਾਲਾਂ ਨੂੰ ਸੰਵਾਦ ਵਿੱਚ ਬਦਲ ਕੇ ਸਰਬ-ਪ੍ਰਚਲਿਤ ਸੱਚ ਦੀ ਖੋਜ ਦਾ ਅਹਿਸਾਸ ਜਗਾਉਣ ਦੀ ਸੁਕਰਾਤੀ ਵਿਧੀ ਹੈ। ਉਸਦੀ ਵਿਧੀ ਦੇ ਦੋ ਹਿੱਸੇ ਹਨ: ਵਿਡੰਬਨਾ, ਜਿਸ ਰਾਹੀਂ ਸੰਵਾਦ ਵਿੱਚ ਪੈਦਾ ਮਨੁੱਖ ਆਪਣੀ ਅਗਿਆਨਤਾ ਦਾ ਅਹਿਸਾਸ ਕਰਦਾ ਸੀ। ਉਹ ਦੂਸਰੇ ਦੇ ਵਿਚਾਰਾਂ ਸਾਹਮਣੇ ਅਗਿਆਨੀ ਹੋਣ ਦੇ ਦੁਖਾਂਤ ਨਾਲ ਜੁੜਦਾ ਹੈ। ਇਸ ਮੌਕੇ ਉਸਦੀ ਜਿਗਿਆਸਾ ਹੀ ਉਸਦਾ ਸਹਾਰਾ ਬਣਦੀ ਹੈ ਤੇ ਸਵਾਲਾਂ ਰਾਹੀਂ ਆਪਣੇ ਦੁਖਾਂਤ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਜਿਗਿਆਸੂ ਆਪਣੇ ਦ੍ਰਿਸ਼ਟੀਕੋਣ ਦੀ ਰਾਖੀ ਲਈ ਕਮਜ਼ੋਰ ਜਿਹੀ ਕੋਸ਼ਿਸ਼ ਕਰਦਾ ਹੈ ਤੇ ਇੰਜ ਉਹ ਚਰਚਾ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਸ ਸ਼ਮੂਲੀਅਤ ਨਾਲ ਉਹ ਵਿਰੋਧਾਭਾਸ ਸਿਰਜਦਾ ਹੈ ਤੇ ਦੂਸਰੇ ਦੇ ਤਰਕ ਵਿੱਚੋਂ ਕੁਝ ਤੱਤ ਤਲਾਸ਼ ਕੇ ਆਪਣੇ ਵਿਚਾਰ ਨੂੰ ਮਜ਼ਬੂਤੀ ਦਿੰਦਾ ਹੈ। ਪਲੇਟੋ ਦੁਆਰਾ ਪੇਸ਼ ਸੰਵਾਦ ਥੀਆਸਟੇਟਸ ਵਿੱਚ ਇਸ ਵਿਧੀ ਨੂੰ ਵਿਡੰਬਨਾ ਦੇ ਮੁੱਢਲੇ ਪੜਾਅ ਵਜੋਂ ਮੈਥਿਊਟਿਕਸ ਕਿਹਾ ਗਿਆ। ਮੈਥਿਊਟਿਕ ਬੱਚਾ ਪੈਦਾ ਕਰਨ ਲਈ ਦਾਈ ਵੱਲੋਂ ਸਹਾਇਤਾ ਹਿੱਤ ਕੀਤਾ ਗਿਆ ਕਾਰਜ ਹੈ। ਇਸ ਵਿਧੀ ਕਿਸੇ ਦਾਈ ਵਾਂਗ ਚਰਚਾ ਵਿੱਚ ਹਿੱਸਾ ਲੈ ਰਹੇ ਲੋਕਾਂ ਦੇ ਵਿਸ਼ਵਾਸਾਂ ਵਿੱਚ ਲੁਕੀਆਂ ਪਰਿਭਾਸ਼ਾਵਾਂ ਨੂੰ ਬਾਹਰ ਕੱਢਣ ਲਈ ਜਾਂ ਉਨ੍ਹਾਂ ਦੀ ਸਮਝ ਨੂੰ ਵਿਰੋਧ ਰਾਹੀਂ ਵਿਕਸਿਤ ਕਰਨ ਵਿੱਚ ਸਹਾਇਕ ਹੁੰਦੀ ਹੈ। ਸੁਕਰਾਤ ਐਥਨਜ਼ ਦੇ ਸਾਥੀਆਂ ਨਾਲ ਜਵਾਨੀ ਤੋਂ ਹੀ ਇਹਨਾਂ ਵਾਰਤਾਲਾਪਾਂ ਵਿੱਚ ਹਿੱਸਾ ਲੈਣ ਲੱਗਿਆ। ਪਲੇਟੋ ਦੇ ਬਹੁਤੇ ਵਾਰਤਾਲਾਪਾਂ ਵਿੱਚ ਵੀ ਉਹ ਟੇਢੇ ਤਰੀਕੇ ਨਾਲ ਸਵਾਲ ਨੂੰ ਗੇੜਾ ਦਿੰਦੇ ਸਨ ਤੇ ਸਵਾਲ ਦੇ ਜਵਾਬ ਵਿੱਚੋਂ ਸਵਾਲ ਪੈਦਾ ਕਰਦਾ ਹੈ। ਉਹ ਕਿਉਂ ਤੋਂ ਸ਼ੁਰੂ ਕਰਕੇ ਸਮੁੱਚੀ ਪਰਿਭਾਸ਼ਾ ਨੂੰ ਕੀ, ਕਿੱਦਾਂ, ਕਿੱਥੇ ਦੀ ਇੱਕ ਸਮੱਸਿਆ ਵਾਂਗ ਬਣਾ ਦਿੰਦਾ ਹੈ। ਉਸਦੀ ਵਿਧੀ ਬਾਰੇ ਗੱਲ ਕਰਦਿਆਂ ਲੂਇਸ ਨੇਵੀਆ ਵਿਚਾਰਾਂ ਦੀ ਇੱਕ ਸਿੱਧੀ ਰੇਖਾ ਬਣਾਉਂਦਾ ਹੈ। ਉਸ ਅਨੁਸਾਰ ਸੁਕਰਾਤ ਦਾ ਗਿਆਨ ਆਲੋਚਨਾਤਮਕ ਦ੍ਰਿਸ਼ਟੀ, ਪਰਿਕਲਪਨਾ, ਵਿਚਾਰ, ਸਵਾਲ, ਪ੍ਰਗਟਾਅ, ਸੰਵਾਦ ਸਿੱਟੇ ਤੱਕ ਪਹੁੰਚਦਾ ਹੈ। ਹਰ ਸਿੱਟਾ ਅੰਤਿਮ ਨਹੀਂ, ਬਲਕਿ ਉਸ ਪ੍ਰਤੀ ਵੀ ਆਲੋਚਨਾਤਮਕ ਪਹੁੰਚ ਰਾਹੀਂ ਨਵੇਂ ਸਿੱਟੇ ਤੱਕ ਪਹੁੰਚਿਆ ਜਾ ਸਕਦਾ ਹੈ। ਇਹੀ ਸੁਕਰਾਤੀ ਵਿਧੀ ਦਾ ਚੱਕਰੀ ਵਿਚਾਰ ਢਾਂਚਾ ਹੈ। ਗਿਆਨ ਉਸ ਲਈ ਇੱਕ ਲੰਮੀ ਜੰਜੀਰ ਵਾਂਗ ਹੈ ਜਿਹਦੀਆਂ ਕੜੀਆਂ ਸਵਾਲਾਂ ਨਾਲ ਜੁੜੀਆਂ ਹੋਈਆਂ ਹਨ। ਸੁਕਰਾਤੀ ਵਿਧੀ ਵਿਆਪਕ ਗਿਆਨ ਦੀ ਹਮਾਇਤ ਕਰਦੀ ਹੈ। ਫੈਡੋ ਨਾਂ ਦੇ ਸੰਵਾਦ ਵਿੱਚ ਸੁਕਰਾਤ ਕਹਿੰਦਾ ਹੈ ਕਿ ਗਿਆਨ ਕਦੇ ਵਿਸ਼ਿਸ਼ਟ ਨਹੀਂ ਹੁੰਦਾ, ਪਰ ਉਸਦੇ ਵਿਆਪਕ ਹੋਣ ਦੀ ਆਸ ਵੀ ਨਹੀਂ ਕੀਤੀ ਜਾਣੀ ਚਾਹੀਦੀ। ਵਿਸ਼ੇਸ਼ ਜਾਂ ਜਿਗਿਆਸਾ ਜਾਂ ਸਵਾਲ ਹੁੰਦਾ ਹੈ ਜੋ ਉਸ ਵਿਸ਼ੇ ਨਾਲ ਸੰਬੰਧਿਤ ਵਿਆਪਕ ਖੇਤਰਾਂ ਵਿੱਚ ਸੰਬੰਧ ਬਣਾ ਸਕਦਾ ਹੈ। ਸੁਕਰਾਤ ਦੀ ਇਸ ਵਿਧੀ ਦੇ ਵਿਕਾਸ ਬਾਰੇ ਸਹੀ ਪ੍ਰਸੰਗ ਜਾਣਨ ਲਈ ਉਸ ਦੌਰ ਦੇ ਸੋਫਿਸਟਾਂ ਨਾਲ ਉਸਦੇ ਸੰਬੰਧਾਂ ਨੂੰ ਅੱਖੋਂ ਪਰਖੇ ਨਹੀਂ ਕੀਤਾ ਜਾਣਾ ਚਾਹੀਦਾ। ਸੋਫਿਸਟ ਵਿਚਾਰਕ ਉਹਨਾਂ ਦਾਰਸ਼ਨਿਕਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਬੁੱਧੀਜੀਵੀਆਂ ਵਾਂਗ ਵਿਹਾਰ ਕਰਦੇ ਅਤੇ ਬੁੱਧੀਵਾਨਾਂ ਵਾਂਗ ਵਿਚਰਦੇ ਸਨ। ਉਹਨਾਂ ਦੀ ਆਮਦ ਯੂਨਾਨੀ ਦਰਸ਼ਨ ਵਿੱਚ ਐਨੈਕਸਾਗੋਰਸ ਤੋਂ ਬਾਅਦ ਹੋਈ। ਆਪਣੇ ਸਮੇਂ ਵਿੱਚ ਘਿਰਣਾ ਤੇ ਸ਼ਰਧਾ ਦੇ ਭਾਵਾਂ ਦਾ ਪਾਤਰ ਬਣਿਆ ਰਿਹਾ ਸੋਫਿਸਟ ਚਿੰਤਨ ਯੂਨਾਨੀ ਦਰਸ਼ਨ ਵਿੱਚ ਕੁਦਰਤੀ ਵਿਗਿਆਨਾਂ ਉੱਪਰ ਹੀ ਕੇਂਦਰਿਤ ਰਿਹਾ। ਕਰੀਬਨ ਸਾਰੇ ਦਾਰਸ਼ਨਿਕ ਸੰਸਾਰ ਦੇ ਮੁੱਲ ਤੇ ਸ੍ਰਿਸ਼ਟੀ ਦੇ ਭੇਦਾਂ ਨੂੰ ਸਮਝਣ ਵਿੱਚ ਹੀ ਅੱਗੇ ਰਹੇ। ਸੋਫਿਸਟ ਚਿੰਤਕਾਂ ਨੇ ਤਾਰਾ ਵਿਗਿਆਨ, ਜੋਤਿਸ਼ ਵਿਗਿਆਨ ਅਤੇ ਵਿਸ਼ਿਆਂ ਦੀ ਥਾਂ ਮਨੁੱਖ ਦੇ ਆਤਮ ਉੱਪਰ ਕੇਂਦਰਿਤ ਦਰਸ਼ਨ ਦੀ ਬੁਨਿਆਦ ਰੱਖੀ।
ਉਹਨਾਂ ਮਨੁੱਖਾਂ ਦੀ ਬੁੱਧੀ ਨੂੰ ਹਰ ਵਰਤਾਰੇ ਤੇ ਪ੍ਰਤੱਖਣ ਦਾ ਕੇਂਦਰ ਮੰਨਦਿਆਂ ਘੋਸ਼ਣਾ ਕਰ ਦਿੱਤੀ ਕਿ ਮਨੁੱਖ ਹੀ ਹਰ ਵਸਤੂ ਦੀ ਪੈਮਾਇਸ਼ ਦਾ ਆਧਾਰ ਹੈ। ਜੋ ਕੁਛ ਮਨੁੱਖ ਦੇ ਕੋਲ ਹੈ ਉਸ ਦੀ ਹੋਂਦ ਅਤੇ ਜੋ ਕੁਛ ਨਹੀਂ ਹੈ ਉਸ ਦੀ ਥੋੜ ਬਾਰੇ ਮਨੁੱਖ ਹੀ ਪ੍ਰਭਾਵ ਨਿਸ਼ਚਿਤ ਕਰਦਾ ਹੈ। ਇਸ ਲਈ ਸੋਫਿਸਟ ਦਰਸ਼ਨ ਵਧੇਰੇ ਕਰਕੇ ਸੰਗੀਤ, ਖੇਡਾਂ, ਗਣਿਤ, ਕਲਾ ਆਦਿ ਖੇਤਰਾਂ ਵੱਲ ਵਧੇਰੇ ਜ਼ੋਰ ਦਿੰਦਾ ਹੈ। ਸੋਫਿਸਟ ਸ਼ਬਦ ਦੇ ਅਰਥ ਸੋਫੋ ਮਤਲਬ ਬੁੱਧੀ ਅਤੇ ਸੋਫਿਜ਼ੋ ਮੈਂ ਬੁੱਧੀਵਾਨ ਹਾਂ ਮੁੱਲ ਦੀ ਵਿਆਖਿਆ ਨਾਲ ਵਧੇਰੇ ਸਪਸ਼ਟ ਹੋ ਜਾਂਦੇ ਹਨ। ਸੋਫਿਸਟ ਅਤੇ ਸਫਿਸਟ ਐਸੇ ਘੁਮੱਕੜ ਦਾਰਸ਼ਨਿਕ ਸਨ ਜੋ ਆਪਣੇ ਨਾਲ ਚੇਲਿਆਂ ਦਾ ਸਮੂਹ ਲੈ ਕੇ ਘੁੰਮਦੇ ਸਨ। ਲੱਛੇਦਾਰ ਭਾਸ਼ਾ ਵਿੱਚ ਮਾਹਰ ਤੇ ਹਰ ਵਿਸ਼ੇ ਬਾਰੇ ਗਿਆਨ ਪ੍ਰਵਚਨ ਦੇ ਧਾਰਨੀ ਇਹ ਚਿੰਤਕ ਗਿਆਨ ਦੇ ਪ੍ਰਸਾਰ ਦਾ ਕਾਰਜ ਕਰਦੇ ਸਨ। ਇਹਨਾਂ ਵਿੱਚੋਂ ਕੁਝ ਲੋਕ ਐਥਨਜ਼ ਦੇ ਵੀ ਸਨ ਪਰ ਜ਼ਿਆਦਾਤਰ ਸਫਿਸਟਾਂ ਦਾ ਸੰਬੰਧ ਏਸ਼ੀਆ ਮਾਈਨਰ ਨਾਲ ਸੀ। ਇਸ ਲਈ ਗਿਆਨ ਦੀਆਂ ਪੂਰਬੀ ਤੇ ਪੱਛਮੀ ਧਾਰਾਵਾਂ ਦੇ ਕੇਂਦਰ ਵਿੱਚ ਹੋਣ ਕਾਰਨ ਸੋਫਿਸਟ ਉਸ ਦੌਰ ਦੇ ਸਾਰੇ ਯੂਨਾਨੀ ਰਾਜਾਂ ਤੱਕ ਗਿਆਨ ਦਾ ਪ੍ਰਚਾਰ ਕਰਦੇ ਸਨ। ਰਸਮੀ ਤੌਰ ਤੇ ਸਥਾਪਿਤ ਦਰਸ਼ਨ ਦੇ ਕੇਂਦਰਾਂ ਦੀ ਥਾਂ ਇਹ ਚਿੰਤਕ ਤੁਰਦੇ ਫਿਰਦੇ ਦਰਸ਼ਨ ਦੇ ਅਦਾਰੇ ਸਨ। ਬਾਹਰੀ ਲੋਕਾਂ ਨਾਲ ਵਾਹ ਪੈਣ ਕਰਕੇ ਉਹਨਾਂ ਨਾਲ ਗੱਲਬਾਤ ਕਰਨ ਵਿੱਚ ਮਾਹਿਰ ਸੋਫਿਸਟਾਂ ਦੇ ਦਰਸ਼ਨ ਦੀ ਸੁਭਾਵਨੀ ਵਿਧੀ ਦਾ ਵਿਕਾਸ ਕੀਤਾ। ਰੈਟਰਿਕ ਅਲੰਕ੍ਰਿਤ ਭਾਸ਼ਾ ਰਾਹੀਂ ਸਰੋਤੇ ਨੂੰ ਮੁਖਾਤਿਬ ਹੋਣ ਦੀ ਲਾਲਸਾ ਹੈ। ਇੱਕ ਮਨਮੋਹਕ ਭਾਸ਼ਣਕਾਰੀ ਹੈ ਜੋ ਸਰੋਤੇ ਦਾ ਸਵਰਗ ਹੈ ਪਰ ਗਿਆਨ ਦੀ ਕਬਰ। ਕਿਸੇ ਨਵੇਂ ਵਿਚਾਰ ਦੇ ਵਾਰਤਾਲਾਪ ਦਾ ਹਿੱਸਾ ਬਣ ਰਹੇ ਪਾਠਕਾਂ ਦੇ ਸੰਸਕਾਰੀ ਭਾਵਾਂ ਨੂੰ ਹਲੂਣਾ ਦੇਣਾ ਹੁੰਦਾ ਹੈ। ਨਵੇਂ ਵਿਚਾਰ ਮਨ ਵਿੱਚ ਕੁੰਡਲੀ ਮਾਰ ਕੇ ਬੈਠੇ ਵਿਚਾਰਾਂ ਨੂੰ ਵਿਸਥਾਪਿਤ ਕਰਨ ਦਾ ਕੰਮ ਕਰਦੇ ਹਨ। ਇਸ ਲਈ ਗਿਆਨ ਦੀ ਇੱਕ ਸਫਰ ਵਾਂਗ ਹੈ। ਭਾਸ਼ਣਕਾਰੀ ਸਰੋਤੇ ਨੂੰ ਮੰਤਰ ਮੁਗਧ ਕਰਕੇ ਉਸਦੀ ਚੇਤਨਾ ਦੇ ਖਰਖਰੀ ਕਰਦੀ ਹੈ। ਇਹ ਵਰਤਮਾਨ ਕੇਂਦਰਿਤ ਵਿਧੀ ਹੈ ਜਿਸ ਵਿੱਚ ਕਹਾਣੀਆਂ ਤੇ ਪ੍ਰਸੰਗਾਂ ਦੀ ਭਰਮਾਰ ਹੁੰਦੀ ਹੈ। ਰੈਟਰਿਕ ਵਰਤਮਾਨ ਬਾਰੇ ਵੀ ਸਿਧਾਂਤਕ ਪੈਂਤੜੇ ਤੋਂ ਸੋਚਣ ਲਈ ਲਾਉਂਦੀ ਬਲਕਿ ਵਰਤਾਨੀਆਂ ਨੂੰ ਘਟਨਾਵਾਂ ਤੱਕ ਘਟਾ ਦਿੰਦੀ ਹੈ। ਸਰੋਤੇ ਦਾ ਘਟਨਾਵੀ ਪ੍ਰਸੰਗਾਂ ਨਾਲ ਸੰਬੰਧਿਤ ਹੋਣਾ ਸੌਖਾ ਹੁੰਦਾ ਹੈ। ਚਿੰਤਨੀ ਵਿਚਾਰਾਂ ਦੀ ਸੰਸਾਰ ਅਵਲੋਕਨ ਦੀ ਥਾਂ ਭਾਸ਼ਣਕਾਰੀ ਵਿੱਚ ਸਰਲ ਸੰਚਾਰ ਪ੍ਰਦਾਨ ਹੁੰਦਾ ਹੈ। ਵਾਕ ਇੱਕ ਲੜੀ ਵਿੱਚ ਪਰੋਏ ਹੁੰਦੇ ਹਨ। ਸਰੋਤਾ ਇੱਕ ਵਾਕ ਦੇ ਜਾਦੂ ਤੋਂ ਮੁਕਤ ਹੁੰਦਾ ਨਹੀਂ ਕਿ ਅਗਲਾ ਵਾਕ ਦਾਗ ਦਿੱਤਾ ਜਾਂਦਾ ਹੈ। ਚਕਾਚੌਂਧ ਕਿਸੇ ਜਾਦੂ ਵਾਂਗ ਸੰਘਣੀ ਹੁੰਦੀ ਜਾਂਦੀ ਹੈ। ਇਸ ਵਿੱਚ ਇੱਕ ਪਾਸੜ ਪ੍ਰਵਚਨ ਹੁੰਦਾ ਹੈ ਤੇ ਉਹਨਾਂ ਅੱਗੇ ਵਿਚਾਰਾਂ ਦਾ ਸੌਖੀ ਤਰ੍ਹਾਂ ਕੀਤਾ ਸਮਰਪਣ। ਸਰੋਤੇ ਦੀ ਆਪਣੀ ਚੇਤਨਾ ਰਹੱਸ ਦੀ ਧੁੰਦ ਵਿੱਚ ਗਵਾਚ ਜਾਂਦੀ ਹੈ। ਸੋਫਿਸਟਾਂ ਨੇ ਇਸ ਵਿਧੀ ਨੂੰ ਪੈਦਾ ਕੀਤਾ ਤੇ ਵਿਆਪਕ ਪੱਧਰ ਤੇ ਪਰਸਾਇਆ ਵੀ। ਹਰ ਸੋਫਿਸਟ ਵਿਦਿਆਰਥੀਆਂ ਦੇ ਵੱਡੇ ਸਮੂਹ ਨੂੰ ਭਾਸ਼ਣ ਦਿੰਦਾ ਸੀ ਜੋ ਆਮ ਕਰਕੇ ਨੌਜਵਾਨ ਤੇ ਅਮੀਰ ਘਰਾਂ ਦੇ ਨਾਲ ਸੰਬੰਧਿਤ ਹੁੰਦੇ ਸਨ। ਉਹਨਾਂ ਨੂੰ ਗਿਆਨ ਪ੍ਰਵਚਨ ਦੇ ਬਦਲੇ ਨਿਸ਼ਚਿਤ ਭੁਗਤਾਨ ਕਰਨਾ ਪੈਂਦਾ ਸੀ। ਸੋਫਿਸਟਾਂ ਦਾ ਗਿਆਨ ਕਿਸੇ ਵੀ ਵਰਤਾਰੇ ਬਾਰੇ ਆਲੋਚਨਾਤਮਕ ਨਹੀਂ ਸੀ। ਉਹਨਾਂ ਦੀ ਭਾਸ਼ਣਕਾਰੀ ਮੁਹਾਰਤ ਕਿਸੇ ਵੀ ਵਰਤਾਰੇ ਬਾਰੇ ਦੋਵਾਂ ਤਰ੍ਹਾਂ ਹਾਂ-ਵਾਚੀ ਤੇ ਨਾ-ਵਾਚੀ ਵਿਚਾਰ ਪੇਸ਼ ਕਰਦੀ ਸੀ ਤੇ ਸੰਸਥਾਵਾਂ ਦੇ ਵਿਰੋਧ ਵਿੱਚ ਭਾਵਨਾ ਨੂੰ ਸੁੰਨ ਕਰੀ ਜਾਂਦੀ ਸੀ। ਇਸ ਲਈ ਸੋਫਿਸਟਾਂ ਨੂੰ ਹਰ ਯੂਨਾਨੀ ਰਾਜ ਵਿੱਚ ਰਾਜਿਆਂ, ਧਰਮ ਸੰਪਰਦਾਵਾਂ ਤੇ ਪਰਿਵਾਰਿਕ ਪੱਧਰ ਤੇ ਮਾਨਤਾ ਮਿਲੀ ਹੋਈ ਸੀ। ਐਥਨਜ਼ ਦੇ ਨਾਗਰਿਕ ਪੁਰਾਣੀਆਂ ਮਾਨਤਾਵਾਂ ਨੂੰ ਨੌਜਵਾਨਾਂ ਦੇ ਮਨਾਂ ਵਿੱਚ ਅਲੰਕ੍ਰਿਤ ਭਾਸ਼ਾ ਦੁਆਰਾ ਸਥਾਪਿਤ ਕੀਤੇ ਜਾਣ ਦੇ ਸੋਫਿਸਟਿਕ ਕਾਰਜਾਂ ਤੋਂ ਪ੍ਰਸੰਨ ਸਨ। ਸੋਫਿਸਟਾਂ ਦੇ ਸ਼ਾਗਿਰਦ ਨੌਜਵਾਨਾਂ ਨੇ ਹੀ ਤਾਂ ਭਵਿੱਖ ਵਿੱਚ 500 ਮੈਂਬਰਾਂ ਦੀ ਐਥਨਜ਼ ਦੀ ਸੰਸਦ ਵਿੱਚ ਬਹਿਸਾਂ ਕਰਨੀਆਂ ਸਨ। ਇਸ ਲਈ ਸੋਫਿਸਟ ਵਿਦਿਆਰਥੀਆਂ ਨੂੰ ਚਹੇਤੇ ਗਿਆਨ ਨਾਲ ਲੈਸ ਕਰ ਰਹੇ ਸਨ। ਪਹਿਲਾਂ ਵਾਲੇ ਕੁਦਰਤੀ ਵਿਗਿਆਨਾਂ ਨਾਲ ਸੰਬੰਧਿਤ ਦਰਸ਼ਨ ਦੇ ਮੁਕਾਬਲੇ ਸੋਫਿਸਟ ਦਰਸ਼ਨ ਵਧੇਰੇ ਸੌਖਾ ਸੀ। ਇਹ ਦਰਸ਼ਨ ਸਿੱਖਿਆਰਥੀ ਜਾਂ ਸਰੋਤੇ ਨੂੰ ਸਹਿਮਤ ਹੋਣਾ ਸਿਖਾਉਂਦੇ ਸਨ। ਜੇਕਰ ਪੂਰਬਲੇ ਚਿੰਤਨ ਦਾ ਸੁਭਾਅ ਪਰਭੌਤਿਕੀ ਸੀ ਤਾਂ ਸੋਫਿਸਟ ਦਰਸ਼ਨ ਸ਼ਰਧਾਮਈ ਅਧਿਆਤਮ ਨਾਲ ਜੁੜੇ ਵਿਚਾਰਾਂ ਤੇ ਖੜਾ ਸੀ। ਸੱਚ ਦੀ ਤਲਾਸ਼ ਦੀ ਥਾਂ ਸਰੋਤੇ ਨੂੰ ਸਹਿਮਤ ਕਰਨ ਲਈ ਤਰਕ ਦਿੱਤੇ ਜਾਂਦੇ ਸਨ। ਸੋਫਿਸਟ ਮੰਨਦੇ ਸਨ ਕਿ ਸੰਪੂਰਨ ਜਾਂ ਵਿਆਪਕ ਸੱਚ ਵਰਗੀ ਕੋਈ ਚੀਜ਼ ਨਹੀਂ ਹੁੰਦੀ।
ਚੰਗਿਆਈ ਜਾਂ ਬੁਰਾਈ ਦਾ ਆਧਾਰ ਵੀ ਮਨੁੱਖ ਤੇ ਹੀ ਨਿਰਭਰ ਕਰਦਾ ਹੈ। ਸੋਫਿਸਟ ਚਿੰਤਕ ਲਿਓਨਤੀਨੀ ਜਾਰਜੀਅਸ ਆਪਣੇ ਇਸ ਪ੍ਰਸਿੱਧ ਕਥਨ ਲਈ ਜਾਣਿਆ ਜਾਂਦਾ ਹੈ ਕਿ ਮਨੁੱਖ ਕੁਝ ਜਾਣ ਨਹੀਂ ਸਕਦਾ। ਮਨੁੱਖ ਕੁਝ ਜਾਣ ਨਹੀਂ ਸਕਦਾ, ਜੇ ਜਾਣ ਲਵੇ ਤਾਂ ਉਸਦਾ ਵਰਣਨ ਨਹੀਂ ਕਰ ਸਕਦਾ, ਤੇ ਜੇ ਉਹ ਵਰਣਨ ਕਰ ਦਵੇ ਤਾਂ ਕੋਈ ਸਮਝ ਨਹੀਂ ਸਕਦਾ। ਬਿਨਾਂ ਸ਼ੱਕ ਸੋਫਿਸਟਾਂ ਨੇ ਚਿੰਤਨ ਦੇ ਖੇਤਰ ਦੀ ਵਿਸ਼ੇਸ਼ਕ ਜੜਤਾ ਨੂੰ ਤੋੜ ਕੇ ਉਸ ਵਿੱਚ ਸਧਾਰਨ ਬੰਦੇ ਦੀ ਭਾਗੀਦਾਰੀ ਯਕੀਨੀ ਬਣਾਈ। ਉਹਨਾਂ ਦੀ ਮਾਨਤਾ ਸੀ ਕਿ ਪੁਰਾਣੀਆਂ ਪਰੰਪਰਾਵਾਂ ਨੂੰ ਰੱਦ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਤਾਂ ਜੋ ਕੁਦਰਤ ਨੂੰ ਤੇ ਸੰਸਾਰ ਨੂੰ ਸਹੀ ਤਰ੍ਹਾਂ ਸਮਝਿਆ ਜਾ ਸਕੇ। ਪੱਕੀ ਗੱਲ ਹੈ ਕਿ ਸੋਫਿਸਟਾਂ ਨੇ ਮਨੋਕਲਪਿਤ ਗਿਆਨ ਉੱਪਰ ਝਾੜੂ ਫੇਰ ਕੇ ਮਨੁੱਖ ਕੇਂਦਰਿਤ ਵਿਚਾਰਾਂ ਨੂੰ ਸਥਾਪਿਤ ਕਰਨ ਦੀ ਅਹਿਮ ਭੂਮਿਕਾ ਨਿਭਾਈ। ਤਮਾਮ ਸੀਮਾਵਾਂ ਦੇ ਬਾਵਜੂਦ ਗਿਆਨ ਦੇ ਵਿਕਾਸ ਅਤੇ ਰਾਜਸੀ ਸਿਧਾਂਤਾਂ ਤੇ ਆਦਰਸ਼ਵਾਦੀ ਪਕੜ ਕਾਰਨ ਕਈ ਖੇਤਰਾਂ ਵਿੱਚ ਸੋਫਿਸਟਾਂ ਦਾ ਪ੍ਰਭਾਵ ਬਹੁਤ ਵੱਧ ਗਿਆ ਸੀ। ਉਹਨਾਂ ਦੀ ਇਹ ਮਨੌਤ ਕਿ ਗਿਆਨ ਸੁਭਾਸ਼ਣਕਾਰੀ ਹੈ ਤੇ ਕਿਸੇ ਵੀ ਵਿਚਾਰ ਦੇ ਪੱਖ ਵਿੱਚ ਜਿੰਨੇ ਤਰਕ ਦਿੱਤੇ ਜਾ ਸਕਦੇ ਹਨ, ਉਹ ਓਨੇ ਹੀ ਵਿਰੋਧ ਵਿੱਚ ਵੀ ਹੋ ਸਕਦੇ ਹਨ। ਕਿਉਂਕਿ ਇਹ ਅਸਲ ਗਿਆਨ ਹੈ, ਉਹ ਮੰਨਦੇ ਸਨ ਕਿ ਗਿਆਨ ਇੱਕ ਦ੍ਰਿਸ਼ਟੀਕੋਣ ਹੈ, ਇਸ ਵਿੱਚ ਸਹੀ ਗਲਤ ਨਹੀਂ ਹੋ ਸਕਦਾ, ਬਸ ਇੱਕ ਪੱਖ ਹੋ ਸਕਦਾ ਹੈ। ਸੋਫਿਸਟਾਂ ਦੇ ਧਨ ਦੇ ਕੇ ਬਣੇ ਸ਼ਾਗਿਰਦਾਂ ਦੇ ਨਾ ਸਿਰਫ ਐਥਨਜ਼ ਦੀ ਸੰਸਦ ਵਿੱਚ ਸ਼ੋਭਾ ਸੀ, ਬਲਕਿ ਉਹ ਅਧਿਆਪਕਾਂ ਵਾਂਗ ਸਾਰੇ ਸਮਾਜ ਵਿੱਚ ਫੈਲ ਗਏ ਤੇ ਐਥਨਜ਼ ਵਾਸੀਆਂ ਨੂੰ ਗਿਆਨਵਾਨ ਬਣਾਉਣ ਲੱਗ ਪਏ। ਜੇਕਰ ਸੋਫਿਸਟ ਪ੍ਰਚਲਿਤ ਵਿਚਾਰਾਂ ਦਾ ਵਿਰੋਧ ਕਰਦੇ ਵੀ ਸਨ ਤਾਂ ਵਿਰੋਧੀ ਨੂੰ ਹਰਾਉਣ ਵਾਸਤੇ। ਜੇਕਰ ਸਾਹਮਣੇ ਪ੍ਰਚਲਿਤ ਮਨੌਤਾਂ ਦਾ ਵਿਰੋਧ ਹੋਵੇ ਤਾਂ ਸੋਫਿਸਟ ਪ੍ਰਚਾਰਕ ਮਾਨਤਾਵਾਂ ਦੇ ਹੱਕ ਵਿੱਚ ਬੋਲਣ ਲੱਗਦੇ ਸਨ। ਅਜਿਹੇ ਹਾਲਾਤ ਵਿੱਚ ਸੁਕਰਾਤ ਨੇ ਆਪਣੀ ਦਰਸ਼ਨ ਵਿਧੀ ਨੂੰ ਚੇਤਨ ਰੂਪ ਵਿੱਚ ਬਿਆਨਤਿਆ। ਉਸਨੇ ਕਿਸੇ ਉਪਦੇਸ਼ ਵਾਹਕ ਵਾਂਗ ਆਪਣੀ ਸਿੱਖਿਆ ਨਹੀਂ ਦਿੱਤੀ। ਸਾਰੇ ਐਸੇ ਗਿਆਨ ਵਿਗਿਆਨ ਬਾਰੇ ਸੁਕਰਾਤ ਨੇ ਸ਼ੰਕੇ ਖੜੇ ਕੀਤੇ ਜਿਸਦੇ ਕੇਂਦਰ ਵਿੱਚ ਮਨੁੱਖ ਨਾ ਹੋਵੇ। ਇਸ ਕਰਕੇ ਉਹ ਜੰਗਲਾਂ ਵਿੱਚ ਜਾਣ ਤੇ ਘੁਮਕੜੀ ਕਰਨ ਦੀ ਥਾਂ ਸਮਾਜ ਵਿੱਚ ਰਹਿ ਕੇ ਵਿਚਾਰ ਵਟਾਂਦਰਾ ਕਰਕੇ ਸਿੱਧੇ ਮਸਲਿਆਂ ਨੂੰ ਮੁਖਾਤਿਬ ਹੋਇਆ ਤੇ ਹੋਰ ਨੌਜਵਾਨਾਂ ਨੂੰ ਇਸ ਲਈ ਤਿਆਰ ਕੀਤਾ। ਜਿੱਥੇ ਇੱਕ ਪਾਸੇ ਸੋਫਿਸਟਾਂ ਨੇ ਅਮੀਰ ਘਰਾਣਿਆਂ ਦੇ ਨੌਜਵਾਨਾਂ ਨੂੰ ਆਪਣੇ ਸ਼ਾਗਿਰਦ ਬਣਾਇਆ ਤੇ ਉਹਨਾਂ ਨੂੰ ਉੱਚੀਆਂ ਪਦਵੀਆਂ ਉੱਪਰ ਬੈਠਣ ਲਈ ਪ੍ਰੇਰਿਤ ਕੀਤਾ, ਸੁਕਰਾਤ ਦੀ ਸੰਗਤ ਵਿੱਚ ਆ ਕੇ ਵੱਡਿਆਂ ਘਰਾਂ ਦੇ ਰੁਤਬਿਆਂ ਦੇ ਕਈ ਇੱਛੁਕ ਗਿਆਨ ਦਰਸ਼ਨ ਵੱਲ ਖਿੱਚੇ ਗਏ। ਪਲੇਟੋ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ। ਅਮੀਰ ਘਰਾਣੇ ਵਿੱਚ ਜੰਮਿਆ ਪਲੇਟੋ ਇੱਕ ਰਾਜਨੀਤੀਵਾਨ ਬਣ ਕੇ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਸੀ, ਪਰ ਸੁਕਰਾਤ ਦੇ ਸੰਪਰਕ ਵਿੱਚ ਆ ਕੇ ਉਹ ਦਰਸ਼ਨ ਦਾ ਪੱਕਾ ਪਾਂਧੀ ਬਣਿਆ। ਐਸੇ ਹੋਰ ਵੀ ਸੈਂਕੜੋਂ ਨੌਜਵਾਨ ਸਨ ਜੋ ਧਾਰਮਿਕ ਜਾਂ ਰਾਜਨੀਤਿਕ ਵਿਚਾਰਾਂ ਬਾਰੇ ਜਾਣਨ ਜਾਂ ਸਮਝਣ ਲਈ ਸੁਕਰਾਤ ਕੋਲ ਆਏ ਤੇ ਇਹਨਾਂ ਸੰਕਲਪਾਂ ਪ੍ਰਤੀ ਸਖਤ ਆਲੋਚਨਾਤਮਕ ਰਵੱਈਏ ਦੇ ਧਾਰਨੀ ਹੋ ਗਏ। ਉਸਨੇ ਗਿਆਨ ਦੀ ਭਾਵਨਾ ਅਤੇ ਗਿਆਨ ਦੇ ਪਾਖੰਡ ਨੂੰ ਸਵਾਲਾਂ ਰਾਹੀਂ ਖੁਰਚ ਕੇ ਮਨੁੱਖੀ ਹੋਂਦ ਵਿੱਚੋਂ ਬਾਹਰ ਕੀਤਾ ਅਤੇ ਗਿਆਨ ਨੂੰ ਰਟਣ ਦੀ ਥਾਂ ਮਹਿਸੂਸ ਕਰਨ ਦੀ ਭਾਵਨਾ ਜਾਗ੍ਰਿਤ ਕੀਤੀ। ਪਲੇਟੋ ਦੇ ਇੱਕ ਸੰਵਾਦ ਵਿੱਚ ਸੁਕਰਾਤ ਨੇ ਇੱਕ ਜਗ੍ਹਾ ਕਹਿੰਦਾ ਹੈ ਕਿ ਆਖਿਰ ਅਜਿਹੀ ਕੀ ਗੱਲ ਸੀ ਕਿ ਲੋਕ ਮੇਰੇ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਸਨ। ਐਥਨਜ਼ ਵਾਸੀਓ, ਤੁਸੀਂ ਸੁਣ ਹੀ ਚੁੱਕੇ ਹੋ ਇਸ ਦਾ ਕਾਰਨ। ਉਸ ਵੇਲੇ ਮੈਂ ਪੂਰਾ ਸੱਚ ਖੋਲ੍ਹ ਕੇ ਰੱਖ ਦਿੱਤਾ ਸੀ ਜਦੋਂ ਤੁਹਾਨੂੰ ਦੱਸਿਆ ਸੀ ਕਿ ਇਹ ਲੋਕ ਅਜਿਹੇ ਲੋਕਾਂ ਨੂੰ ਕਸੌਟੀ ਦੀ ਪਰਖੇ ਜਾਂਦੇ ਦੇਖ ਕੇ ਖੁਸ਼ ਹੁੰਦੇ ਹਨ ਜੋ ਖੁਦ ਨੂੰ ਗਿਆਨੀ ਕਹਿੰਦੇ ਹਨ, ਪਰ ਅਸਲ ਵਿੱਚ ਗਿਆਨੀ ਹੀ ਨਹੀਂ। ਕੋਈ ਸ਼ੱਕ ਨਹੀਂ ਕਿ ਅਜਿਹੀ ਗੱਲਬਾਤ ਮਨੋਰੰਜਕ ਹੁੰਦੀ ਹੈ। ਸੁਕਰਾਤ ਤੋਂ ਪੂਰਬਲੇ ਦਰਸ਼ਨ ਦੀ ਬਹੁਤੀ ਬਹਿਸ ਇਸ ਗੱਲ ਤੇ ਕੇਂਦਰਿਤ ਰਹੀ ਸੀ ਕਿ ਇਸ ਸੰਸਾਰ ਦਾ ਨਿਰਮਾਣ ਕਿਹੜੇ ਤੱਤਾਂ ਤੋਂ ਹੋਇਆ। ਕੁਦਰਤ ਦੇ ਤੱਤਾਂ ਵਿੱਚ ਕਿਸੇ ਇੱਕ, ਜਿਵੇਂ ਹਵਾ, ਅਗਨੀ, ਧਰਤੀ ਆਦਿ ਤੇ ਜ਼ੋਰ ਦੇ ਕੇ ਦਾਰਸ਼ਨਿਕ ਉਸਦੀ ਪ੍ਰੌੜਤਾ
ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਇਸ ਲਈ ਵੱਖ-ਵੱਖ ਸੰਪਰਦਾਵਾਂ ਨੇ ਵੱਖ-ਵੱਖ ਤੱਤਾਂ ਉੱਪਰ ਜ਼ੋਰ ਦਿੱਤਾ ਤੇ ਨਾਲ ਹੀ ਇਹਨਾਂ ਤੱਤਾਂ ਨੂੰ ਦੇਵਤਿਆਂ ਵਜੋਂ ਸਥਾਪਿਤ ਕੀਤਾ। ਸੁਕਰਾਤ ਦੀ ਦਰਸ਼ਨ ਵਿਧੀ ਜਦੋਂ ਸੰਸਾਰ ਦੀ ਹੋਂਦ ਤੇ ਵਿਕਾਸ ਸੰਬੰਧੀ ਤੱਤਾਂ ਵਾਲੀਆਂ ਪੁਰਾਣੀਆਂ ਧਾਰਨਾਵਾਂ ਦੇ ਵਿਸ਼ਲੇਸ਼ਣ ਤੇ ਕੇਂਦਰਿਤ ਹੁੰਦੀ ਹੈ ਤਾਂ ਉਪਰੀ ਨਜ਼ਰੇ ਉਹ ਨਿੰਦਾ ਵਾਲੀ ਜਾਪਦੀ ਹੈ। ਉਹ ਦੇਵਤਿਆਂ ਨਾਲ ਸੰਬੰਧ ਮਨੁੱਖੀ ਧਾਰਨਾਵਾਂ ਨੂੰ ਚੁਣੌਤੀ ਦੇ ਰਿਹਾ ਪ੍ਰਤੀਤ ਹੁੰਦਾ ਹੈ। ਸੁਕਰਾਤ ਨੇ ਗਿਆਨ ਦੇ ਮਹਿਸੂਸ ਕਰਨ ਨੂੰ ਸ਼ੁੱਧ ਭਾਵਨਾ ਕਿਹਾ ਤੇ ਉਸਦੇ ਪ੍ਰਗਟਾਅ ਜਾਂ ਅਭਿਵਿਅਕਤੀ ਨੂੰ ਪਰਿਭਾਸ਼ਾ ਕਿਹਾ। ਦੇਵੀ ਸੰਕਲਪਾਂ ਨੂੰ ਵਿਸ਼ੇਸ਼ ਲੋਕਾਂ ਦੇ ਹਿੱਤਾਂ ਵਿੱਚ ਭੁਗਤਦੀਆਂ ਪਰਿਭਾਸ਼ਾਵਾਂ ਕਹਿ ਕੇ ਉਹਨਾਂ ਨੂੰ ਨਵਿਆਉਣ ਦੀ ਲੋੜ ਤੇ ਉਸਨੇ ਜ਼ੋਰ ਦਿੱਤਾ। ਯੂਨਾਨੀ ਸਮਾਜ ਦੇ ਵਿਹਲੜ ਵਰਗ ਨੇ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਨੂੰ ਸਧਾਰਨ ਯੂਨਾਨੀ ਲੋਕਾਂ ਤੱਕ ਪ੍ਰਸਾਰਿਤ ਕੀਤਾ ਸੀ। ਉਸ ਵਰਗ ਲਈ ਇਹ ਗੱਲ ਬੜੀ ਅਸਹਿ ਸੀ ਕਿ ਕੋਈ ਇਸ ਸਾਰੀ ਧਾਰਨਾ ਨੂੰ ਕੇਵਲ ਪਰਿਭਾਸ਼ਾ ਕਹਿ ਕੇ ਰੱਦ ਕਰ ਦੇਵੇ। ਸੁਕਰਾਤ ਨੇ ਗਿਆਨ ਦੀ ਦੇਵੀ ਹੋਂਦ ਤੋਂ ਇਨਕਾਰ ਕਰ ਦਿੱਤਾ ਤੇ ਗਿਆਨ ਦੁਆਰਾ ਉਤਪਾਦਿਤ ਸਿੱਟਿਆਂ ਨੂੰ ਕੇਵਲ ਪਰਿਭਾਸ਼ਾਵਾਂ ਕਿਹਾ। ਇਹਨਾਂ ਪਰਿਭਾਸ਼ਾਵਾਂ ਅੱਗੇ ਸਿਰ ਝੁਕਾ ਕੇ ਉਹਨਾਂ ਨੂੰ ਮਾਨਤਾ ਦੇਣ ਜਾਂ ਸਵੀਕਾਰ ਕਰਨ ਦੀ ਥਾਂ ਉਹਨਾਂ ਨਾਲ ਸੰਵਾਦ ਰਚਾਇਆ ਜਾਵੇ ਤੇ ਉਹਨਾਂ ਪਰਿਭਾਸ਼ਾਵਾਂ ਨੂੰ ਐਬ ਮੁਕਤ ਕੀਤਾ ਜਾਵੇ। ਇਹੀ ਸੁਕਰਾਤ ਦੀ ਮਨਸ਼ਾ ਵੀ ਹੈ ਤੇ ਦਰਸ਼ਨ ਦਾ ਆਧਾਰ ਵੀ। ਸੁਕਰਾਤ ਨੇ ਮਨੁੱਖ ਦੇ ਮਹੱਤਵ ਨੂੰ ਹੋਰ ਪੱਕਿਆਂ ਕਰਨ ਲਈ ਆਤਮਾ ਨੂੰ ਸਥਾਈ ਤੱਤ ਕਿਹਾ ਤੇ ਨਾਲ ਹੀ ਆਤਮਾ ਦੀ ਸਦੀਵਤਾ ਦੀ ਗੱਲ ਕੀਤੀ। ਕੁਝ ਲੁਕਵੇਂ ਜਿਹੇ ਸ਼ਬਦਾਂ ਵਿੱਚੋਂ ਉਸਨੇ ਆਤਮਾ ਦੀ ਸਦੀਵਤਾ ਦਾ ਅਮਰਤਾ ਦੀ ਵਿਆਖਿਆ ਕਰਦਿਆਂ ਪੁਨਰ ਜਨਮ ਦੇ ਹੱਕ ਦੀ ਗੱਲ ਵੀ ਕੀਤੀ। ਜਾਨ ਵਰਨੇਟ ਇਸ ਸੰਬੰਧ ਵਿੱਚ ਸੁਕਰਾਤ ਨੂੰ ਅਧਿਆਤਮਕ ਹੋਣ ਤੋਂ ਬਰੀ ਕਰਦਿਆਂ ਉਸ ਵੱਲੋਂ ਪੇਸ਼ ਆਤਮਾ ਦੇ ਸੰਕਲਪ ਨੂੰ ਨੈਤਿਕ ਜਾਂ ਸਦਾਚਾਰਕ ਜਵਾਬਦੇਹੀ ਆਖਦਾ ਹੈ ਤੇ ਇਸਦੀ ਸਦੀਵਤਾ ਤੋਂ ਭਾਵ ਹਰ ਯੁੱਗ ਵਿੱਚ ਮਨੁੱਖੀ ਗਿਆਨ ਨਾਲ ਨੈਤਿਕਤਾ ਨੂੰ ਸੰਬੰਧਿਤ ਕਰਨ ਦੀ ਸੁਕਰਾਤ ਦੀ ਵਿਧੀ ਕਹਿੰਦਾ ਹੈ। ਪਰ ਜੇਕਰ ਇਸ ਤਰ੍ਹਾਂ ਨਾ ਵੀ ਸੋਚਿਆ ਜਾਵੇ ਤਾਂ ਵੀ ਕਿਹਾ ਜਾ ਸਕਦਾ ਹੈ ਕਿ ਸੁਕਰਾਤ ਦੀਆਂ ਉਪਰੋਕਤ ਧਾਰਨਾਵਾਂ ਤਤਕਾਲੀ ਯੂਨਾਨੀ ਦਰਸ਼ਨ ਵਿੱਚ ਨਵੇਂ ਪਸਾਰ ਜੋੜਨ ਵਾਲੀਆਂ ਸਨ। ਉਸਨੇ ਕਿਹਾ ਕਿ ਵਿਅਕਤੀ ਦਰਸ਼ਨ ਜਾਂ ਗਿਆਨ ਦੇ ਸਾਥ ਰਾਹੀਂ ਆਪਣੇ ਆਪ ਨੂੰ ਸਦੀਵਤਾ ਨਾਲ ਜੋੜ ਲੈਂਦਾ ਹੈ। ਉਹ ਆਪਣੇ ਜੀਵਨ ਕਾਲ ਦੌਰਾਨ ਹੀ ਮੌਤ ਦਾ ਅਨੁਭਵ ਕਰ ਲੈਂਦਾ ਹੈ ਤੇ ਸੰਸਾਰ ਵਿੱਚ ਰਹਿ ਕੇ ਗਿਆਨ ਦੀ ਸਥਿਤੀ ਦੀ ਪ੍ਰਾਪਤੀ ਕਰ ਲੈਂਦਾ ਹੈ। ਸੁਕਰਾਤ ਦੇ ਦਰਸ਼ਨ ਵਿਧੀ ਵਿੱਚ ਰਹੱਸਵਾਦੀ ਭਾਂਤ ਦੀ ਹੈ। ਉਸਨੇ ਵਿਚਾਰਾਂ ਨੂੰ ਗਿਆਨ ਦਾ ਆਧਾਰ ਕਿਹਾ ਤੇ ਵਿਚਾਰਾਂ ਦੀ ਨਿਰਮਾਣਕਾਰੀ ਬਾਰੇ ਨਿੱਠ ਕੇ ਅਧਿਐਨ ਕੀਤਾ। ਇੱਥੋਂ ਤੱਕ ਕਿ ਗਿਆਨ ਉਸ ਲਈ ਸਵੈ ਦੀ ਆਜ਼ਾਦੀ ਲਈ ਕੀਤਾ ਜਾਣ ਵਾਲਾ ਬੌਧਿਕ ਅਭਿਆਸ ਸੀ। ਸਵੈ ਦੀ ਆਜ਼ਾਦੀ ਲਈ ਚੂਝਣ ਤੋਂ ਪਹਿਲਾਂ ਉਹ ਗੁਲਾਮੀ ਤੋਂ ਜਾਣੂ ਹੋਣ ਲਈ ਸੁਚੇਤ ਕਰਦਾ ਸੀ। ਇਸ ਨਜ਼ਰੀਏ ਤੋਂ ਸੁਕਰਾਤ ਸੰਸਾਰ ਨੂੰ ਪਰਿਭਾਸ਼ਾਵਾਂ ਦਾ ਸੰਗ੍ਰਹਿ ਕਹਿੰਦਾ ਹੈ। ਨਾਲ ਹੀ ਉਹ ਪਰਿਭਾਸ਼ਾਵਾਂ ਨੂੰ ਅਦਲਾ ਬਦਲੀ ਦੇ ਵਿਚਾਰਾਂ ਦਾ ਵਾਹਕ ਵੀ ਮੰਨਦਾ ਹੈ। ਉਸਨੇ ਪਰਿਭਾਸ਼ਾਵਾਂ ਤੋਂ ਪ੍ਰਤੱਖਣ ਤੱਕ ਦੇ ਅਮਲ ਨੂੰ ਆਪਣੇ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਕੀਤਾ। ਕਿਸੇ ਚੀਜ਼ ਦਾ ਸਾਕਾਰ ਰੂਪ ਦੇਖਣਾ ਉਸਦੀ ਪਰਿਭਾਸ਼ਾ ਰਾਹੀਂ ਦੇਖਣ ਵਾਲੇ ਤੱਕ ਗਿਆਨ ਪਹੁੰਚਾਉਂਦਾ ਹੈ। ਪਰ ਜਦੋਂ ਉਹ ਅੱਖਾਂ ਬੰਦ ਕਰਕੇ ਉਸੇ ਵਸਤੂ ਨੂੰ ਕਲਪਦਾ ਹੈ ਤਾਂ ਉਸਦਾ ਪ੍ਰਤੱਖਣ ਕਰਦਾ ਹੈ। ਇਸ ਤੋਂ ਬਿਨਾਂ ਕੋਈ ਵਿਅਕਤੀ ਜਦੋਂ ਕਿਸੇ ਵਸਤੂ ਦੇ ਵਿਹਾਰ ਕਿਰਦਾਰ ਜਾਂ ਉਸਦੀ ਜਾਤੀ ਦੇ ਪ੍ਰਗਟਾਵੇ ਦੀ ਕਲਪਨਾ ਕਰਦਾ ਹੈ ਤਾਂ ਉਹ ਸਥਾਪਿਤ ਪਰਿਭਾਸ਼ਾ ਦੇ ਘੇਰੇ ਤੋਂ ਬਾਹਰ ਦੇਖ ਰਿਹਾ ਹੁੰਦਾ ਹੈ। ਉਸਨੇ ਕਿਹਾ ਕਿ ਪਰਿਭਾਸ਼ਾ ਤਾਂ ਸੌਖੀ ਕਿਰਿਆ ਹੈ ਜੇ ਸੂਚਨਾ ਰਾਹੀਂ ਸਾਡੇ ਗਿਆਨ ਭਾਵਾਂ ਨੂੰ ਸ਼ਾਂਤ ਕਰਦੀ ਹੈ ਤੇ ਜੇ ਕਿਸੇ ਵਸਤੂ ਦੇ ਸਾਰ ਨੂੰ ਪ੍ਰਗਟਾਉਂਦੀ ਵੀ ਹੈ। ਉਸਨੇ ਪ੍ਰਤੱਖਣ ਦੀ ਪਰਿਭਾਸ਼ਾ ਨੂੰ ਨੇੜਿਓਂ ਸੰਬੰਧਿਤ ਮੰਨਿਆ ਪਰ ਪ੍ਰਤੱਖਣ ਨੂੰ ਗਿਆਨ ਦਾ ਰਸਤਾ ਕਿਹਾ। ਇਸਦੀ ਉਦਾਹਰਨ ਸਿੰਪੋਜ਼ੀਅਮ ਨਾਮੀ ਸੰਵਾਦ ਵਿੱਚ ਸੁਕਰਾਤ ਤਿਕੋਣ ਦੇ ਹਵਾਲੇ ਨਾਲ ਦਿੰਦਾ ਹੈ। ਜਿਵੇਂ ਤਿਕੋਣ ਦੀ ਪਰਿਭਾਸ਼ਾ ਨਿਸ਼ਚਿਤ ਹੋ ਜਾਂਦੀ ਹੈ ਕਿ ਇਹ ਤਿੰਨ ਭੁਜਾਵਾਂ ਵਾਲਾ ਰੂਪ ਹੈ। ਇਹ ਪ੍ਰਤੱਖਣ ਨੂੰ ਪ੍ਰਭਾਵਿਤ ਕਰਦੀ ਹੈ ਤੇ ਕਿਸੇ ਨੂੰ ਇਹ ਕਹਿਣ ਦੀ ਆਗਿਆ ਨਹੀਂ ਦਿੰਦੀ ਕਿ ਉਸਦੇ ਵਿਚਾਰ ਵਿੱਚ ਚਾਰ ਭੁਜਾਵਾਂ ਵਾਲਾ ਅੰਕ੍ਰਿਤ ਤਿਕੋਣ ਹੈ। ਇਸੇ ਤਰ੍ਹਾਂ ਜੇਕਰ ਸੱਚ, ਨਿਆਂ, ਧਰਮ, ਨੈਤਿਕਤਾ, ਬਹਾਦਰੀ ਆਦਿ ਦੀ ਪਰਿਭਾਸ਼ਾ ਤੈਅ ਕਰਨ ਤੋਂ ਬਾਅਦ ਕੋਈ ਆਜ਼ਾਦੀ ਨਾਲ ਇਹਨਾਂ ਤੋਂ ਬਾਹਰ ਜਾਣ ਬਾਰੇ ਨਹੀਂ ਸੋਚਦਾ
ਤੁਸੀਂ ਕੁਝ ਵੀ ਸੋਚੋ, ਮੈਂ ਤਾਂ ਇਸ ਨੂੰ ਧਰਮ ਹੀ ਕਹਾਂਗਾ। ਉਸਨੇ ਨੌਜਵਾਨਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਸਭ ਤੋਂ ਪਹਿਲਾਂ ਪਰਿਭਾਸ਼ਾਵਾਂ ਘੜੇ ਜਾਣ ਦੇ ਅਮਲ ਤੋਂ ਵਾਕਿਫ ਹੋਣ, ਉਸ ਤੋਂ ਬਾਅਦ ਨਿਆਂ, ਧਰਮ, ਸੱਚ ਤੇ ਸਦਾਚਾਰ ਆਦਿ ਬਾਰੇ ਗਿਆਨ ਹਾਸਲ ਕਰ ਸਕਣਗੇ। ਇਸ ਸੰਬੰਧ ਵਿੱਚ ਉਹ ਬਣੇ ਬਣਾਏ ਵਿਚਾਰਾਂ ਨਾਲ ਜਦੋਜਹਿਦ ਲਈ ਸਾਹਮਣੇ ਵਾਲੇ ਨੂੰ ਕਿਵੇਂ ਮਜਬੂਰ ਕਰ ਦਿੰਦਾ ਸੀ, ਇਸ ਦੇ ਉਦਾਹਰਨ ਜੀਨੋਫੋਨ ਦੇ ਸੰਵਾਦ ਮੈਮੋਰਵਿਲੀਆ ਵਿੱਚ ਦੇਖੀ ਜਾ ਸਕਦੀ ਹੈ। ਇਹ ਸੰਵਾਦ ਸੁਕਰਾਤ ਅਤੇ ਇੱਕ ਨੌਜਵਾਨ ਰਾਜਨੀਤੀਵਾਦ ਚਿੰਤਕ ਯੂਥਾਈਡੈਮਸ ਵਿਚਕਾਰ ਹੁੰਦਾ ਹੈ। ਸੁਕਰਾਤ ਉਸਨੂੰ ਕਹਿੰਦਾ ਹੈ, ਰਾਜਨੀਤੀਵਾਨ ਬਣਨ ਤੋਂ ਪਹਿਲਾਂ ਹਰ ਕਿਸੇ ਨੂੰ ਨਿਆਂ ਕਰਨ ਵਾਲਾ ਬਣਨਾ ਚਾਹੀਦਾ ਹੈ। ਯੂਥਾਈਡੈਮਸ ਦਾ ਜਵਾਬ ਵਿੱਚ ਕਹਿੰਦਾ ਹੈ, ਬਿਲਕੁਲ, ਨਿਆਂ ਕਰਨ ਵਾਲਾ ਤਾਂ ਹੋਣਾ ਹੀ ਪਵੇਗਾ। ਸੁਕਰਾਤ ਫਿਰ ਸਵਾਲ ਕਰਦਾ ਹੈ, ਫਿਰ ਤਾਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕਿਹੜੇ ਕੰਮ ਨਿਆਂ ਦੇ ਤੇ ਕਿਹੜੇ ਅਨਿਆਂ ਦੇ ਖਾਤੇ ਵਿੱਚ ਆਉਣਗੇ। ਯੂਥਾਈਡੈਮਸ ਅਨਿਆਂ ਤਹਿਤ ਆਉਣ ਵਾਲੇ ਕੰਮ ਗਿਣਾਉਂਦਾ ਹੈ। ਝੂਠ ਬੋਲਣਾ, ਧੋਖਾ ਦੇਣਾ, ਚੋਰੀ ਕਰਨਾ ਆਦਿ ਸਜ਼ਾਯੋਗ ਕੰਮ ਹਨ। ਸੁਕਰਾਤ ਦਾ ਅਗਲਾ ਸਵਾਲ, ਵਿਰੋਧੀ ਨੂੰ ਧੋਖਾ ਦੇਣਾ ਜਾਂ ਝੂਠ ਬੋਲਣਾ ਸੱਚ ਹੈ ਜਾਂ ਅਨਿਆਇਪੂਰਨ ਕੰਮ? ਇੱਕ ਪਲ ਸੋਚ ਕੇ ਨੌਜਵਾਨ ਨੇ ਕਿਹਾ, ਵਿਰੋਧੀ ਨੂੰ ਧੋਖਾ ਦੇਣਾ ਗਲਤ ਨਹੀਂ, ਪਰ ਮਿੱਤਰ ਨਾਲ ਝੂਠ ਬੋਲਣਾ ਅਨਿਆਂ ਹੈ। ਸੁਕਰਾਤ ਪੁੱਛਦਾ ਹੈ, ਕਿਸੇ ਸੈਨਾਪਤੀ ਵੱਲੋਂ ਆਪਣੀ ਫੌਜ ਦੇ ਮਨੋਬਲ ਨੂੰ ਬਣਾਈ ਰੱਖਣ ਲਈ ਇਹ ਝੂਠ ਬੋਲਣਾ ਕਿ ਸਾਡੀ ਇਮਦਾਦ ਆ ਰਹੀ ਹੈ, ਇਹ ਕੈਸਾ ਕਾਰਜ ਹੋਵੇਗਾ? ਯੂਥਾਈਮੈਡਮ ਨੇ ਕਿਹਾ, ਇਹ ਬਿਲਕੁਲ ਸਹੀ ਹੈ, ਇਸ ਨੂੰ ਅਨਿਆਂ ਨਹੀਂ ਕਿਹਾ ਜਾ ਸਕਦਾ। ਸੁਕਰਾਤ ਫਿਰ ਪੁੱਛਦਾ ਹੈ, ਕਿਸੇ ਬੱਚੇ ਦੇ ਕੌੜੀ ਦਵਾਈ ਖਾਣ ਤੋਂ ਇਨਕਾਰ ਕਰਨ ਤੇ ਪਿਤਾ ਵੱਲੋਂ ਉਸਨੂੰ ਖਾਣੇ ਵਿੱਚ ਮਿਲਾ ਕੇ ਦੇਣੀ, ਜਾਂ ਕਿਸੇ ਪਾਗਲ ਮਿੱਤਰ ਕੋਲੋਂ ਉਸਦੀ ਤਲਵਾਰ ਲੁਕੋ ਲੈਣੀ, ਜਾਂ ਉਹ ਖੁਦਕੁਸ਼ੀ ਨਾ ਕਰ ਲਵੇ, ਇਹ ਧੋਖਾ ਹੈ ਜਾਂ ਨਹੀਂ? ਯੂਥਾਈਮੈਡਮ ਲਾਜਵਾਬ ਹੋ ਗਿਆ। ਸੁਕਰਾਤ ਇਸ ਵਿਧੀ ਨਾਲ ਪਰਿਭਾਸ਼ਾਵਾਂ ਦੀ ਨਿਸ਼ਚਤਾ ਬਾਰੇ ਸਵਾਲ ਖੜੇ ਕਰਦਾ ਜਾਂਦਾ ਹੈ। ਉਸਨੇ ਕਿਸੇ ਵੀ ਵਰਤਾਰੇ ਦੀ ਅਰਧ ਸੱਚ ਦੇ ਨਾਲ ਨਾਲ ਪਰਿਭਾਸ਼ਾਵਾਂ ਦੇ ਸਮਾਂ, ਸਥਾਨ, ਪ੍ਰਸੰਗ ਨੂੰ ਵੀ ਅਹਿਮ ਕਿਹਾ। ਉਹ ਵਿਚਾਰਾਂ ਦੀ ਸਪਸ਼ਟਤਾ ਲਈ ਨਵੀਆਂ ਪਰਿਭਾਸ਼ਾਵਾਂ ਘੜਨ ਵਿੱਚ ਰੁੱਝਾ ਰਿਹਾ। ਸੁਕਰਾਤ ਵੱਲੋਂ ਪੈਦਾ ਕੀਤੀਆਂ ਨਵੀਆਂ ਪਰਿਭਾਸ਼ਾਵਾਂ ਦੀ ਇਸ ਵਿਧੀ ਦੇ ਆਧਾਰ ਤੇ ਹੀ ਪਲੇਟੋ ਨੇ ਪ੍ਰਤੱਖ ਦਾ ਨਵਾਂ ਸਿੰਗਾੜ ਘੜਿਆ। ਇਸ ਸਿਧਾਂਤ ਅਨੁਸਾਰ ਪਲੇਟੋ ਦਾ ਹਰ ਭੌਤਿਕ ਵਸਤੂ ਨੂੰ ਅਧੂਰਾ ਸੱਚ ਕਹਿੰਦਾ ਹੈ। ਅੱਧਾ ਸੱਚ ਉਸਦੀ ਪਰਿਭਾਸ਼ਾ ਦੇ ਰੂਪ ਵਿੱਚ ਪਿਆ ਹੁੰਦਾ ਹੈ, ਜਿਸ ਵਿੱਚ ਉਸਦਾ ਪ੍ਰਤੱਖ ਸ਼ਾਮਿਲ ਹੁੰਦਾ ਹੈ। ਸੁਕਰਾਤ ਦੇ ਦਰਸ਼ਨ ਵਿੱਚ ਮਨ, ਸਰੀਰ ਤੇ ਆਤਮਾ ਬਾਰੇ ਬਹੁਤ ਗੰਭੀਰ ਚਿੰਤਨ ਮਿਲਦਾ ਹੈ। ਯੂਨਾਨੀ ਦਰਸ਼ਨ ਵਿੱਚ ਮਿਲਦੇ ਸੰਸਾਰ ਦੇ ਮੁੱਲ ਬਾਰੇ ਚਿੰਤਨ ਦੀ ਥਾਂ ਸੁਕਰਾਤ ਨੇ ਸਵੈ ਦੇ ਮੁੱਲ ਭਾਵ ਆਤਮਾ ਦੇ ਅਸਲ ਸਰੂਪ ਦੇ ਗਿਆਨ ਨੂੰ ਆਪਣੇ ਦਰਸ਼ਨ ਦੇ ਕੇਂਦਰ ਵਿੱਚ ਟਿਕਾਇਆ। ਉਸ ਦੇ ਕਿਰਦਾਰ ਵਜੋਂ ਪੇਸ਼ ਹੋਏ ਸੁਕਰਾਤ ਦੀ ਭਾਰੂ ਚੇਤਨਾ ਵਿੱਚ ਇਹ ਗੱਲ ਪਈ ਕਿ ਕਿਵੇਂ ਜੀਵਿਆ ਜਾਣਾ ਚਾਹੀਦਾ ਹੈ। ਵਿਸ਼ੇਸ਼ ਤੌਰ ਤੇ ਯੂਥਾਈਫਰੋਲੈਂਚੀਜ਼ ਅਤੇ ਚਾਰਮੀਡੀਜ਼ ਨਾਂ ਦੇ ਸੰਵਾਦਾਂ ਵਿੱਚ ਉਹ ਮਨੁੱਖ ਦੇ ਸਵੈ ਦੀ ਪਰਿਭਾਸ਼ਾ ਨੂੰ ਵੀ ਨਵੇਂ ਪ੍ਰਤੱਖ ਨਾਲ ਜੋੜਨ ਲਈ ਪ੍ਰੇਰਿਤ ਕਰਦਾ ਹੈ। ਮਨ, ਸਰੀਰ ਤੇ ਆਤਮਾ ਦੇ ਚਿੰਤਨ ਦੇ ਕੇਂਦਰ ਵਿੱਚ ਆਉਣ ਨਾਲ ਉੱਤਰਵਰਤੀ ਦਰਸ਼ਨ ਨਵੀਂ ਦਿਸ਼ਾ ਵੱਲ ਤੁਰਿਆ। ਸੁਕਰਾਤ ਵੱਲੋਂ ਪੇਸ਼ ਆਤਮਾ ਦੀ ਕੇਂਦਰੀ ਧੁਨੀ ਉਦੋਂ ਤੋਂ ਲੈ ਕੇ ਯੂਰਪ ਦੇ ਸਮੁੱਚੇ ਚਿੰਤਨ ਦਾ ਕੇਂਦਰ ਬਿੰਦੂ ਰਹੀ ਹੈ। ਉਸ ਤੋਂ ਪਹਿਲਾਂ ਦੇ ਚਿੰਤਨ ਵਿੱਚ ਮਨੁੱਖੀ ਆਤਮਾ ਸੰਬੰਧੀ ਵਿਚਾਰ ਕਰਦਿਆਂ ਆਦਰਸ਼ਵਾਦ ਭਾਰੂ ਸੀ। ਮਨੁੱਖੀ ਹੋਂਦ ਦੇ ਦੇਵੀ ਤੱਤ ਮੰਨਿਆ ਗਿਆ ਸੀ ਕਿ ਜੇ ਧਰਤੀ ਉੱਪਰ ਜਿਸਮ ਦੀ ਕਾਲ ਕੋਠੜੀ ਵਿੱਚ ਕੈਦ ਹੈ, ਸਰੀਰ ਆਤਮਾ ਦਾ ਪਿੰਜਰਾ ਹੈ, ਤੇ ਮਨੁੱਖੀ ਹੋਂਦ ਉਦੇਸ਼ ਕਿਸੇ ਕੈਦ ਵਿੱਚੋਂ ਬੰਦ ਖਲਾਸ ਹੋਣਾ ਹੈ। ਸੁਕਰਾਤ ਵੀ ਭਾਵੇਂ ਆਤਮਾ ਦੀ ਸਰੀਰ ਤੋਂ ਨਿਰਲੇਪਤਾ ਤੋਂ ਇਨਕਾਰੀ ਤਾਂ ਨਹੀਂ ਸੀ, ਪਰ ਉਸਨੇ ਇਸ ਪੱਖ ਤੋਂ ਗੰਭੀਰ ਚਿੰਤਨ ਕੀਤਾ। ਉਸਨੇ ਸਰੀਰ ਨੂੰ ਆਤਮਾ ਦਾ ਪਿੰਜਰਾ ਨਹੀਂ, ਬਲਕਿ ਆਤਮਾ ਦਾ ਅਸਲ ਨਿਰਧਾਰਨ ਕਰਨ ਵਾਲਾ ਤੱਤ ਕਿਹਾ। ਮਨ ਨੂੰ ਉਸਨੇ ਸਰੀਰ ਤੇ ਆਤਮਾ ਦੇ ਵਿਚਕਾਰਲਾ ਕੋਈ ਬਿੰਦੂ ਕਿਹਾ, ਜੋ ਸਰੀਰ ਉੱਪਰ ਕਾਬੂ ਪਾਉਣ ਦੀ ਸ਼ਕਤੀ ਹੈ। ਸੁਕਰਾਤ ਦੇ ਚਿੰਤਨ ਵਿੱਚ ਨੈਤਿਕਤਾ ਦਾ ਜੋ ਵੀ ਵਿਧਾਨ ਹੈ, ਉਹ ਆਤਮਾ ਦੇ ਸਹੀ ਗਲਤ ਪੈਮਾਨਿਆਂ ਦੇ ਅਨੁਸਾਰ ਹੀ ਦਿਸ਼ਾ ਅਖਤਿਆਰ ਕਰਦਾ ਹੈ। ਸਰੀਰ ਉਸ ਲਈ ਬੁਰਾਈ ਵੱਲ ਤੋਰਨ ਵਾਲਾ ਕਦਮ ਹੈ, ਪਰ ਇਸਦਾ ਅਰਥ ਇਹ
ਹਰਗਿਜ਼ ਵੀ ਨਹੀਂ ਕਿ ਸਰੀਰ ਛੱਤ ਦੇਣਾ ਚਾਹੀਦਾ ਹੈ। ਵਿਸ਼ੇਸ਼ ਤੌਰ 'ਤੇ ਫੈਡੋ ਨਾਲ ਸੰਵਾਦ ਵਿੱਚ ਸੁਕਰਾਤ ਆਪਣੇ ਅਨੁਯਾਈਆਂ ਨਾਲ ਮੌਤ ਸੰਬੰਧੀ ਚਿੰਤਨ ਕਰਦਾ ਹੈ। ਫਿਰ ਸੰਵਾਦ ਉਸਦੇ ਮੌਤ ਤੇ ਕੁਝ ਸਮਾਂ ਪਹਿਲਾਂ ਦਾ ਹੈ। ਉਹ ਸਿਮਿਆਸ ਨਾਲ ਸਵਾਲ ਜਵਾਬ ਵਿੱਚ ਪੈਂਦਾ ਹੈ। ਸਿਮਿਆਸ ਉਸ ਕੋਲੋਂ ਪੁੱਛਦਾ ਹੈ ਕਿ ਅਸਲੀ ਦਾਰਸ਼ਨਿਕ ਦਾ ਸੱਚਾ ਸੁੱਖ ਕੀ ਪਦਾਰਥਕ ਪ੍ਰਾਪਤੀਆਂ ਹਨ। ਸੁਕਰਾਤ ਜਵਾਬ ਦਿੰਦਾ ਹੈ, ਮੈਨੂੰ ਲੱਗਦਾ ਹੈ ਅਸਲੀ ਦਾਰਸ਼ਨਿਕ ਇਹਨਾਂ ਨਾਲ ਜੁੱਤੀਆਂ, ਕੱਪੜਿਆਂ ਤੇ ਗਹਿਣਿਆਂ ਨਾਲ ਨਫ਼ਰਤ ਕਰੇਗਾ। ਤੁਸੀਂ ਕੀ ਸਮਝਦੇ ਹੋ ਕਿ ਚਿੰਤਨ ਸਰੀਰ ਨਾਲ ਸੰਬੰਧਿਤ ਨਹੀਂ ਹੈ, ਪਰ ਜਿੱਥੇ ਤੱਕ ਸੰਭਵ ਹੋਵੇ ਦਾਰਸ਼ਨਿਕ ਸਰੀਰ ਵੱਲੋਂ ਨਹੀਂ ਆਤਮਾ ਵੱਲ ਕੇਂਦਰਿਤ ਹੁੰਦਾ ਹੈ। ਅਗਲੀ ਗੱਲ ਇਹ ਹੈ ਕਿ ਦਾਰਸ਼ਨਿਕ ਆਪਣੀ ਆਤਮਾ ਨੂੰ ਸਰੀਰ ਦੇ ਸੁੱਖਾਂ ਤੋਂ ਜਿੰਨਾ ਵੀ ਸੰਭਵ ਹੋਵੇ ਦੂਜਿਆਂ ਦੇ ਮੁਕਾਬਲੇ ਵੱਖਰੀ ਕਰ ਲੈਂਦਾ ਹੈ। ਉਸਨੇ ਸਰੀਰ ਨੂੰ ਆਤਮਾ ਦੀ ਪਰਿਭਾਸ਼ਾ ਕਿਹਾ, ਜਿੱਥੇ ਆਤਮਾ ਪ੍ਰਤੱਖਣ ਕਰਦੀ ਰਹਿੰਦੀ ਹੈ। ਸਿਸਰੋ ਅਨੁਸਾਰ ਇਹ ਕਥਨ ਵਿਚਾਰਾਂ ਉੱਪਰ ਦੁਨਿਆਵੀ ਬੰਦਿਸ਼ ਦਾ ਵੀ ਪ੍ਰਤੀਕ ਹੈ। ਸੁਕਰਾਤ ਨੇ ਮੌਤ ਨੂੰ ਆਤਮਾ ਦੀ ਮੁਕਤੀ ਵੀ ਕਿਹਾ, ਪਰ ਨਾਲ ਹੀ ਉਸਨੇ ਜੀਵਨ ਦੀ ਉੱਚਤਾ ਨੂੰ ਇਨਕਾਰ ਨਹੀਂ ਕੀਤਾ। ਉਸਨੇ ਫੈਡੋ ਸੰਵਾਦ ਵਿਚਲੇ ਮੌਤ ਸੰਬੰਧੀ ਚਿੰਤਨੀ ਕਥਨ ਵਿੱਚ ਜ਼ਿੰਦਗੀ ਨਾਲ ਉਤਪੋਤ ਨਜ਼ਰ ਆਉਂਦਾ ਹਨ। ਗਿਆਨ ਲੋਕ ਪਰਲੋਕ ਜਾਣ ਦੇ ਇੱਛੁਕ ਰਹਿੰਦੇ ਹਨ, ਪਰ ਆਤਮ ਹੱਤਿਆ ਇਸਦਾ ਸੁਖਾਵਾਂ ਰਾਹ ਨਹੀਂ ਹੈ। ਇਹ ਮੰਨਣਾ ਨਿਆਂਸ਼ੀਲ ਹੋਵੇਗਾ ਕਿ ਕਿਸੇ ਨੂੰ ਵੀ ਆਪਣੀ ਜਾਨ ਲੈਣ ਦਾ ਹੱਕ ਨਹੀਂ ਹੈ। ਉਸਨੂੰ ਪਰਮਾਤਮਾ ਤੇ ਉਸਦੀ ਲੋੜ ਸਮਝਣ ਤੱਕ ਉਡੀਕ ਕਰਨੀ ਚਾਹੀਦੀ ਹੈ। ਇੱਕ ਐਸਾ ਵਿਅਕਤੀ ਜਿਸਨੇ ਦਰਸ਼ਨ ਦੀ ਚਰਚਾ ਵਿੱਚ ਆਪਣਾ ਜੀਵਨ ਬਿਤਾਇਆ ਹੋਵੇ, ਮਰਦੇ ਸਮੇਂ ਉਹ ਖੁਸ਼ ਹੋਵੇਗਾ ਤੇ ਮਰਨ ਤੋਂ ਬਾਅਦ ਉਸਨੂੰ ਭਲਾਈ ਦੀ ਆਸ ਰਹੇਗੀ। ਸੁਕਰਾਤ ਦੇ ਮੁਕੱਦਮੇ ਸਮੇਂ ਉਸ ਉੱਪਰ ਨਾਸਤਿਕਤਾ ਫੈਲਾ ਕੇ ਧਰਮ ਨੂੰ ਗਲਤ ਦਿਸ਼ਾ ਵੱਲ ਲਿਜਾਣ ਦੇ ਦੋਸ਼ ਲੱਗੇ ਸਨ। ਉਸ ਬਾਰੇ ਕਿਹਾ ਗਿਆ ਕਿ ਉਸਨੇ ਦੇਵਨਿੰਦਾ ਰਾਹੀਂ ਨੌਜਵਾਨਾਂ ਦੇ ਵਿਚਾਰਾਂ ਨੂੰ ਭੜਕਾਇਆ ਹੈ। ਸੁਕਰਾਤ ਦੇ ਸੰਵਾਦਾਂ ਵਿੱਚੋਂ ਉਸਦਾ ਚਰਿੱਤਰ ਐਸੇ ਦਾਰਸ਼ਨਿਕ ਵਜੋਂ ਉਪਜਦਾ ਹੈ ਜੋ ਹਰ ਤਰ੍ਹਾਂ ਦੇ ਪਖੰਡਾਂ ਦਾ ਵਿਰੋਧ ਕਰਦਾ ਹੈ, ਪਰ ਵਿਸ਼ਵ ਦੇ ਚਲਾਕ ਸ਼ਕਤੀ ਦੇ ਤੌਰ ਤੇ ਉਸਨੂੰ ਇੱਕ ਧਰਮ ਸੱਚ ਤੋਂ ਪੂਰਾ ਭਰੋਸਾ ਸੀ। ਉਹ ਉਸ ਸ਼ਕਤੀ ਨੂੰ ਉਸ ਤਰ੍ਹਾਂ ਮੰਨਦਾ ਸੀ ਜਿਵੇਂ ਆਤਮਾ ਸਰੀਰ ਵਿੱਚ ਵੱਸਦੀ ਹੈ। ਦਿਖਾਈ ਨਹੀਂ ਦਿੰਦੀ, ਪਰ ਸਰੀਰ ਨੂੰ ਸਹੀ ਤਰ੍ਹਾਂ ਚਲਾਉਂਦੀ ਆਤਮਾ ਹੀ ਹੈ। ਉਹ ਕਈ ਸੰਵਾਦਾਂ ਵਿੱਚ ਦੁਨੀਆ ਵਿੱਚ ਵੱਸਦੀ ਸੁੰਦਰਤਾ, ਪ੍ਰਬੰਧ, ਸੱਚ ਅਤੇ ਨੇਕੀ ਦਾ ਕਾਰਨ ਇਸੇ ਸੱਚ ਨੂੰ ਦਿੰਦਾ ਹੈ। ਐਸੇ ਯਕੀਨ ਦੇ ਸਿਰ ਤੇ ਉਸਨੇ ਆਪਣੇ ਮੁਕੱਦਮੇ ਦੌਰਾਨ ਹੌਸਲਾ ਬਣਾਈ ਰੱਖਿਆ। ਉਹ ਇੱਕ ਸੰਵਾਦ ਵਿੱਚ ਕਹਿੰਦਾ ਹੈ, ਮੈਂ ਮੰਨਦਾ ਹਾਂ ਕਿ ਸੱਚ ਨੂੰ ਖੋਜ ਰਹੇ ਗਿਆਨੀਆਂ ਦੀ ਭਾਲ ਪਰਲੋਕ ਤੱਕ ਫੈਲਦੀ ਹੈ। ਮੁਕੱਦਮੇ ਦੌਰਾਨ ਉਹ ਐਥਨਜ਼ ਵਾਸੀਆਂ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ, ਮੇਰੇ ਖਿਆਲ ਅਨੁਸਾਰ ਸਭ ਤੋਂ ਵੱਡੀ ਬੁਰਾਈ ਪਰਮਾਤਮਾ ਦੀ ਉਲੰਘਣਾ ਹੈ। ਜੇ ਤੁਸੀਂ ਮੈਨੂੰ ਇਸ ਸ਼ਰਤ ਤੇ ਛੱਡ ਦਿਓ ਕਿ ਮੈਂ ਆਪਣੇ ਕੰਮ ਤੋਂ ਤੌਬਾ ਕਰ ਲਵਾਂ ਤਾਂ ਮੈਨੂੰ ਮਨਜ਼ੂਰ ਨਹੀਂ। ਮੈਂ ਆਖਰੀ ਸਾਹ ਤੱਕ ਪਰਮਾਤਮਾ ਵੱਲੋਂ ਬਰਸਾਏ ਫਰਜ਼ਾਂ ਦੀ ਪੂਰਤੀ ਕਰਦਾ ਰਹਾਂਗਾ। ਨੇਕੀ ਅਤੇ ਸਦਾਚਾਰ ਰਾਹੀਂ ਬਿਹਤਰ ਸਮਾਜ ਦੀ ਸਿਰਜਣਾ ਦਾ ਸੁਪਨਾ ਸੁਕਰਾਤ ਦੇ ਦਰਸ਼ਨ ਦਾ ਬਹੁਤ ਅਹਿਮ ਪੱਖ ਹੈ। ਮੇਨੋ ਦਾ ਸੰਵਾਦ ਇਸ ਪੱਖ ਤੋਂ ਸੁਕਰਾਤ ਦੇ ਵਿਚਾਰਾਂ ਦਾ ਸ਼ੀਸ਼ਾ ਹੈ। ਉਸਨੇ ਨੇਕੀ ਜਾਂ ਨੈਤਿਕ ਵਿਹਾਰ ਨੂੰ ਗਿਆਨ ਦਾ ਬੂਹਾ ਕਿਹਾ। ਉਸਦਾ ਬਹੁਤ ਪ੍ਰਸਿੱਧ ਕਥਨ ਹੈ, ਨੇਕੀ ਹੀ ਗਿਆਨ ਹੈ। ਮਨੁੱਖੀ ਜੀਵਨ ਨੂੰ ਸਰਬੋਤਮ ਢੰਗ ਨਾਲ ਜੀਣ ਦੀ ਕਲਾ ਸੁਕਰਾਤ ਅਨੁਸਾਰ ਨੇਕੀ ਹੈ। ਉਸ ਅਨੁਸਾਰ ਨੇਕੀ ਗਿਆਨ ਤੋਂ ਬਿਨਾਂ ਅਧੂਰੀ ਹੈ। ਗਿਆਨ ਨੂੰ ਉਸਦੇ ਸ਼ੁੱਧ ਮਨਾਂ ਦਾ ਅਭਿਆਸ ਕਰਦਿਆਂ ਨੇਕੀ ਤੋਂ ਬਿਨਾਂ ਕਿਸੇ ਗਿਆਨ ਦੀ ਕਲਪਨਾ ਨਾ ਹੋਣ ਦਾ ਕਥਨ ਦਿੱਤਾ। ਜਦੋਂ ਤੱਕ ਵੀਰਤਾ, ਤਿਆਗ, ਸੰਜਮ, ਹੌਸਲਾ ਆਦਿ ਦੀ ਭਾਵਨਾ ਸ਼ੋਧ ਤੇ ਗਿਆਨ ਤੇ ਆਧਾਰਿਤ ਨਾ ਹੋਵੇ, ਤਦ ਤੱਕ ਇਹਨਾਂ ਦਾ ਉਦੇਸ਼ ਸ਼ੁੱਧ ਕਿਵੇਂ ਹੋ ਸਕਦਾ ਹੈ। ਸੁਕਰਾਤ ਨੇ ਗਿਆਨ, ਆਜ਼ਾਦੀ ਤੇ ਨੇਕੀ ਨੂੰ ਸਮਾਨਾਰਥੀ ਕਿਹਾ। ਉਸਦੇ ਸ਼ਬਦਾਂ ਵਿੱਚ ਗੁਲਾਮੀ ਇਹ ਨਹੀਂ ਕਿ ਤੁਹਾਨੂੰ ਕਾਲ-ਕੁਲਟੀ ਵਿੱਚ ਤਾੜ ਦਿੱਤਾ ਜਾਵੇ, ਬਲਕਿ ਗੁਲਾਮੀ ਇਹ ਹੈ ਕਿ ਤੁਸੀਂ ਕਾਰਾਵਾਸ ਦਾ ਬੂਹਾ ਬਾਹਰ ਨੂੰ ਤੱਕ ਕੇ ਖੋਲ੍ਹਣ ਦੀ ਕੋਸ਼ਿਸ਼ ਕਰੋ, ਜਦਕਿ ਇਹ ਅੰਦਰ ਵੱਲ ਖੁੱਲ੍ਹਦਾ ਹੈ। ਅਗਿਆਨਤਾ ਹੀ ਗੁਲਾਮੀ ਹੈ।
ਇਸ ਤਰ੍ਹਾਂ ਸੁਕਰਾਤ ਨੀਤੀ ਸੰਬੰਧੀ ਵਿਚਾਰ ਨੂੰ ਆਪਣੇ ਦਰਸ਼ਨ ਵਿੱਚ ਪ੍ਰਮੁੱਖ ਥਾਂ ਦਿੰਦਾ ਹੈ। ਸੋਫਿਸਟਾਂ ਨੇ ਨੀਤੀ ਨੂੰ ਮਰਿਆਦਾਵਾਂ ਦੀ ਪਾਲਣਾ ਦੇ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਿਤ ਕੀਤਾ ਸੀ। ਸੁਕਰਾਤ ਇਸ ਦੇ ਮੁਕਾਬਲੇ ਸਹੀ ਗਲਤੀ ਸਿੱਧੀ ਵੰਡ ਦੀ ਥਾਂ ਸੰਦਰਭ ਦੀ ਵਿਆਖਿਆ ਵੱਲ ਧਿਆਨ ਦਿੰਦਾ ਹੈ। ਰਿਪਬਲਿਕ ਵਿੱਚ ਉਹ ਔਰਤ ਮਰਦ ਦੇ ਸੰਬੰਧਾਂ ਬਾਰੇ ਵੀ ਆਪਣੀਆਂ ਦਾਰਸ਼ਨਿਕ ਸਥਾਪਨਾਵਾਂ ਸਾਹਮਣੇ ਲਿਆਉਂਦਾ ਹੈ। ਰਿਪਬਲਿਕ ਤਾਂ ਵਿਸ਼ੇਸ਼ ਤੌਰ ਤੇ ਅਜਿਹਾ ਸੰਵਾਦ ਹੈ ਜਿਸ ਵਿੱਚ ਸੁਕਰਾਤ ਆਪਣੇ ਸਾਥੀਆਂ ਨਾਲ ਸਮਾਜਿਕ ਪ੍ਰਬੰਧ ਬਾਰੇ ਲੰਮੀ ਵਿਚਾਰ ਕਰਦਾ ਹੈ। ਔਰਤਾਂ ਦੀ ਖਿਝ ਦੁੱਖ ਤੇ ਸਮਾਜਿਕ ਪਛਤਾਵੇ ਦਾ ਕਾਰਨ ਸੁਕਰਾਤ ਅਨੁਸਾਰ ਗਿਆਨ ਦੀ ਅਣਹੋਂਦ ਕਾਰਨ ਸਦਗੁਣਾਂ ਦੀ ਘਾਟ ਹੈ। ਉਹ ਸਮਾਜਿਕ ਤਫਰਕੇ ਨੂੰ ਘਟਾਉਣ ਲਈ ਮਰਦ ਤੇ ਔਰਤ ਦੋਵਾਂ ਵਿੱਚ ਸਮਾਨ ਰੂਪ ਵਿੱਚ ਗਿਆਨ ਦੀ ਵੰਡ ਦਾ ਪੱਖ ਲੈਂਦਾ ਹੈ। ਉਸ ਅਨੁਸਾਰ ਔਰਤ ਮਰਦ ਸਾਰਿਆਂ ਦੇ ਜੀਵਨ ਦੀ ਉਹ ਸਾਂਝੀ ਪੱਧਰੀ ਹੋਵੇ ਜਿੱਥੇ ਕਿ ਅਸੀਂ ਸੁਝਾਇਆ ਹੈ, ਅਰਥਾਤ ਸਾਂਝੀ ਸਿੱਖਿਆ ਸਾਡੀ ਸੰਤਾਨ ਅਤੇ ਸ਼ਹਿਰ ਵਿੱਚ ਹੋਵੇ ਭਾਵੇਂ ਯੁੱਧ ਵਿੱਚ ਸਾਰੇ ਨਾਗਰਿਕਾਂ ਦੀ ਮਿਲੀ ਜੁਲੀ ਸੁਰੱਖਿਆ, ਨਾਲ ਮਿਲ ਕੇ ਰਹਿਣਾ, ਨਾਲ ਮਿਲ ਕੇ ਪਹਿਰਾ ਦੇਣ, ਨਾਲ ਮਿਲ ਕੇ ਸ਼ਿਕਾਰ ਕਰਨ ਜਿਵੇਂ ਸ਼ਿਕਾਰੀ ਕੁੱਤੇ ਕਰਦੇ ਹਨ, ਤੇ ਜਿੱਥੇ ਤੱਕ ਹੋ ਸਕੇ ਇਸਤਰੀਆਂ ਮਰਦਾਂ ਦਾ ਸਾਥ ਦੇਣ ਕਿਉਂਕਿ ਇਹੋ ਉਹਨਾਂ ਲਈ ਚੰਗਾ ਰਾਹ ਹੈ ਤੇ ਇਸ ਉੱਤੇ ਚੱਲ ਕੇ ਉਹ ਇਸਤਰੀ ਮਰਦ ਦੇ ਕੁਦਰਤੀ ਸੰਬੰਧ ਤੋੜਨ ਦੀ ਥਾਵੇਂ ਉਸਨੂੰ ਸਥਿਰ ਤੇ ਸੁਦ੍ਰਿੜ ਬਣਾਉਣਗੀਆਂ। ਸੁਕਰਾਤ ਦਾ ਰਾਜਨੀਤੀ ਉੱਪਰ ਕਦੇ ਵੀ ਪੱਕਾ ਯਕੀਨ ਨਹੀਂ ਰਿਹਾ। ਇੱਥੋਂ ਤੱਕ ਉਹ ਕਦੇ ਲੋਕਤੰਤਰਵਾਦੀਆਂ ਦੀ ਹਮਾਇਤ ਕਰਦਾ ਰਿਹਾ ਤੇ ਕਦੇ ਉਸਨੂੰ ਰਾਜਤੰਤਰ ਨੂੰ ਬਿਹਤਰ ਸ਼ਾਸਨ ਵਿਵਸਥਾ ਮੰਨਿਆ। ਉਹ ਰਾਜਨੀਤੀ ਤੋਂ ਦੂਰ ਵੀ ਰਿਹਾ ਤੇ ਏਥਨਜ਼ ਦੀ ਸੰਸਦ ਦਾ ਮੈਂਬਰ ਵੀ ਬਣਿਆ। ਇਸ ਵਿਰੋਧਾਭਾਸ ਦੇ ਬਾਵਜੂਦ ਸੁਕਰਾਤ ਨੇ ਆਪਣੇ ਪਿਆਰਿਆਂ ਨਾਲ ਰਾਜਨੀਤੀ ਬਾਰੇ ਭਰਵੀਂ ਵਿਚਾਰ ਕੀਤੀ। ਇਸ ਵਿਚਾਰ ਦੇ ਕਾਰਨ ਹੀ ਉਸਨੂੰ ਰਾਜਨੀਤੀ ਦੇ ਦਰਸ਼ਨ ਦਾ ਅਹਿਮ ਚਿੰਤਕ ਮੰਨਿਆ ਗਿਆ। ਸੋਫਿਸਟ ਜਦੋਂ ਅਮੀਰਾਂ ਦੇ ਰਾਜਨੀਤੀਵਾਨ ਨੂੰ ਰਾਜਕਾਜ ਤੇ ਰਾਜਨੀਤਿਕ ਵਿਵਸਥਾ ਦੇ ਸੁਭਾਸ਼ਿਨੀ ਰੂਪ ਵਿੱਚ ਤਿਆਰ ਕਰ ਰਹੇ ਸਨ, ਸੁਕਰਾਤ ਨੇ ਰਾਜਨੀਤੀ ਬਾਰੇ ਸਵਾਲ ਤੇ ਜਵਾਬ ਨਾਲ ਨੌਜਵਾਨਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਕ੍ਰੀਟੋ ਵਾਲੇ ਸੰਵਾਦ ਵਿੱਚ ਪੂਰੇ ਦਾ ਪੂਰਾ ਜ਼ੋਰ ਰਾਜਕਾਜ ਤੇ ਵਿਵਸਥਾ ਦੀ ਨੀਤੀ ਉੱਪਰ ਦਿੰਦਾ ਸੁਕਰਾਤ ਪ੍ਰੋਟਾਗੋਰਸ ਦੇ ਵਿਚਾਰ ਨਾਲ ਸਹਿਮਤੀ ਪ੍ਰਗਟਾਉਂਦਾ ਹੈ ਕਿ ਸਭ ਨੂੰ ਬਰਾਬਰਤਾ ਦੇ ਅਧਿਕਾਰ ਦਾ ਮਿਲਣ ਦਾ ਅਰਥ ਇਹ ਨਹੀਂ ਕਿ ਹਰ ਕੋਈ ਰਾਜ ਚਲਾਏਗਾ। ਰਾਜ ਵਿਵਸਥਾ ਇੱਕ ਕਲਾ ਹੈ, ਜਿਵੇਂ ਚੰਗਾ ਦਰਜੀ ਜਾਂ ਤਰਖਾਣ ਆਪਣੀ ਕਲਾ ਦਾ ਵਿਕਾਸ ਕਰਕੇ ਮੁਹਾਰਤ ਹਾਸਿਲ ਕਰ ਲੈਂਦੇ ਹਨ। ਸੁਕਰਾਤ ਵਿਸ਼ਵ ਦਰਸ਼ਨ ਦੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਨਾਵਾਂ ਵਿੱਚੋਂ ਇੱਕ ਹੈ। ਦਰਸ਼ਨ ਨੂੰ ਵਿਸ਼ਿਸ਼ਟ ਵਿਅਕਤੀਆਂ ਦੇ ਵਿਚਾਰ ਖੇਤਰ ਵਿੱਚੋਂ ਕੱਢ ਕੇ ਸਧਾਰਨ ਲੋਕਾਈ ਵਿੱਚ ਲਿਆਉਣ ਅਤੇ ਉਹਨਾਂ ਦੇ ਵਿਚਾਰਾਂ ਨੂੰ ਉਤੇਜਿਤ ਕਰਕੇ ਸੰਵਾਦਾਂ ਦੀ ਭਾਗੀਦਾਰੀ ਦੇਣੀ ਸੁਕਰਾਤੀ ਦਰਸ਼ਨ ਦੀ ਵਿਸ਼ੇਸ਼ਤਾ ਹੈ। ਸਮਾਜ ਦੀਆਂ ਜੜ ਹੋ ਚੁੱਕੀਆਂ ਜਾਂ ਹੋ ਰਹੀਆਂ ਮਾਨਤਾਵਾਂ ਦੇ ਵਿਰੋਧ ਨਵੀਂ ਪੀੜ੍ਹੀ ਨੂੰ ਜੀਵੰਤ ਵਿਚਾਰਾਂ ਨਾਲ ਭਰਪੂਰ ਕਰਨਾ ਸੁਕਰਾਤ ਦਰਸ਼ਨ ਦੀ ਮਨਸ਼ਾ ਰਹੀ। ਉਸਦੇ ਜੀਵਨ ਦੇ ਵਧੇਰੇ ਹਿੱਸੇ ਵਾਂਗ ਉਸਦਾ ਦਰਸ਼ਨ ਵੀ ਖੰਡਿਤ ਹੈ। ਇਹਨਾਂ ਖੰਡਿਤ ਵਿਚਾਰਾਂ ਲਈ ਅੱਜ ਦੇ ਪਾਠਕ ਨੂੰ ਪ੍ਰਮਾਣਿਕਤਾ ਦੇ ਸਮੇਂ ਨਾਲ ਜੂਝਣਾ ਪੈਂਦਾ ਹੈ। ਆਧੁਨਿਕ ਚਿੰਤਨ ਦੀ ਕੋਈ ਵੀ ਐਸੀ ਸਿਧਾਂਤਕਾਰੀ ਨਹੀਂ ਜੋ ਸੁਕਰਾਤ ਦੇ ਦਰਸ਼ਨ ਵਿੱਚ ਮੌਜੂਦ ਨਾ ਹੋਵੇ। ਇਹ ਵੀ ਯਾਦ ਰੱਖਣਾ ਪਵੇਗਾ ਕਿ ਉਹ ਅੱਜ ਤੋਂ 2400 ਸਾਲ ਤੋਂ ਵੀ ਵਧੇਰੇ ਸਮਾਂ ਪਹਿਲਾਂ ਹੋਇਆ। ਉਸਦੀ ਦਾਰਸ਼ਨਿਕ ਦੇਣ ਬਾਰੇ ਪ੍ਰਸਿੱਧ ਇਸਲਾਮੀ ਚਿੰਤਕ ਇਬਨ ਰਸ਼ਦ ਦਾ ਕਥਨ ਹੈ, ਸੁਕਰਾਤ ਨੂੰ ਇਸ ਗੱਲ ਲਈ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ ਕਿ ਉਸ ਤੋਂ ਬਿਨਾਂ ਸਾਡੇ ਵਿਚਾਰ ਕਿਸੇ ਵੀ ਚੀਜ਼ ਬਾਰੇ ਉਸ ਤਰ੍ਹਾਂ ਦੇ ਨਹੀਂ ਹੋਣੇ ਸਨ ਜਿਸ ਤਰ੍ਹਾਂ ਦੇ ਹੁਣ ਹਨ।